ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਸਾਹਿਬ ਜੀ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੁਗੋ ਜੁਗ ਅਟਲ ਸ਼ਬਦ ਗੁਰੂ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਗੁਰਦੀਵਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਅੰਮ੍ਰਿਤ ਵੇਲੇ ਦੇ ਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪ ਸਾਰੇ ਗੁਰੂ ਦੇ ਸਨਮੁਖ ਹੋਏ ਹੋ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਲੜੀ ਦੇ ਵਿੱਚ ਆਪਾਂ 13 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਸੁਣਿਆਂ ਦੀਆਂ 4 ਪੌੜੀਆਂ ਤੋਂ ਉਪਰੰਤ ਗੁਰੂ ਸਾਹਿਬਾਨ ਨੇ ਮੰਨੇ ਦੀਆਂ 4 ਪੌੜੀਆਂ ਵੀ ਜਪਜੀ ਸਾਹਿਬ ਜੀ ਦੇ ਅੰਦਰ ਉਚਾਰਨ ਕੀਤੀਆਂ ਹਨ। ਔਰ ਇਸ ਮੰਨੇ ਦੀਆਂ ਚੱਲ ਰਹੀ ਵਿਚਾਰ ਦੀ ਇਸ ਲੜੀ ਦੇ ਵਿੱਚ 2 ਪੌੜੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਮੰਨੇ ਦੀ ਅੱਜ ਤੀਜੀ ਪੌੜੀ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਆ ਸਕਦਾ। ਮੰਨਣਾ ਹੈ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰਨਾ, ਆਪਣੇ ਕਰਮਾਂ ਦੇ ਵਿੱਚ ਉਹ ਚੀਜ਼ ਲਿਆਉਣੀ ਜਿਸ ਨੂੰ ਅਸੀਂ ਸੁਣਿਆ ਹੈ। ਇਸ ਲਈ ਗੁਰੂ ਸਾਹਿਬ ਨੇ ਇਸ ਲੜੀ ਦੇ ਵਿੱਚ ਸਾਨੂੰ ਇਹ ਸੇਧ ਬਖਸ਼ਿਸ਼ ਕੀਤੀ ਹੈ। ਜਿੱਥੇ ਸੁਣਿਆ ਦੀਆਂ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਨੇ ਬਾਰ-ਬਾਰ ਇਸ ਚੀਜ਼ ਦਾ ਜ਼ਿਕਰ ਅੰਤਲੀਆਂ ਤੁਕਾਂ ਵਿੱਚ ਕੀਤਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਅਤੇ ਮੰਨੇ ਦੀਆਂ ਪੌੜੀਆਂ ਦੇ ਵਿੱਚ ਵਾਰ-ਵਾਰ ਗੁਰੂ ਸਾਹਿਬਾਨ ਨੇ ਇਹ ਸਾਨੂੰ ਦ੍ਰਿੜ ਕਰਾਉਣ ਦਾ ਯਤਨ ਕੀਤਾ ਹੈ ਕਿ ਅਸੀਂ ਮੰਨ ਲੈਣਾ ਹੈ ਪਰਮਾਤਮਾ ਦਾ ਨਾਮ, ਕਿਉਂਕਿ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪਰਮਾਤਮਾ ਦਾ ਨਾਮ ਸਰਬ ਸ੍ਰੇਸ਼ਟ ਹੈ, ਸਰਬ ਉੱਤਮ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਅਤੇ ਜਿਹੜਾ ਇਸ ਨਾਮ ਦੇ ਨਾਲ ਜੁੜ ਜਾਂਦਾ ਹੈ ਉਸ ਦਾ ਵੀ ਜੀਵਨ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਂਦਾ ਹੈ। ਨਾਮ ਨਾਮੀ ਤੋਂ ਆਇਆ, ਇਹ ਨਾਮ ਸਾਨੂੰ ਉੱਥੇ ਤੱਕ ਲੈ ਜਾਏਗਾ, ਭਾਵ ਪਰਮਾਤਮਾ ਵਰਗਾ ਬਣਾ ਦੇਗਾ। ਉਸ ਦੇ ਗੁਣਾਂ ਦੇ ਨਾਲ ਸਾਡਾ ਜੀਵਨ ਸਰਸ਼ਾਰ ਹੋ ਜਾਏਗਾ। ਲੇਕਿਨ ਇਹ ਉਹੀ ਗੱਲ ਸਮਝ ਸਕਦਾ ਹੈ ਜੋ ਆਪਣੇ ਮਨ ਦੇ ਵਿੱਚ ਨਾਮ ਪ੍ਰਤੀ ਲਗਨ ਲਗਾ ਕੇ ਵੇਖੇਗਾ, ਭਾਵ ਜਿਸ ਦੇ ਅੰਦਰ ਇਹ ਲਗਨ ਲੱਗ ਜਾਏਗੀ ਉਹੀ ਇਸ ਗੱਲ ਨੂੰ ਸਮਝੇਗਾ ਕਿ ਨਾਮ ਕਿਤਨਾ ਸਰਬ ਉੱਤਮ ਹੈ, ਸਰਬ ਸ੍ਰੇਸ਼ਟ ਹੈ। ਕਿਸ ਤਰ੍ਹਾਂ ਸਾਡਾ ਇਹ ਜੀਵਨ ਬਦਲ ਸਕਦਾ ਹੈ, ਕਿਵੇਂ ਸਾਡੀ ਕਾਇਆ ਕਲਪ ਕਰ ਸਕਦਾ ਹੈ, ਕਿਵੇਂ ਸਾਡਾ ਜੀਵਨ ਆਤਮਿਕ ਸਿਖਰਤਾ ਤੱਕ ਲੈ ਕੇ ਜਾ ਸਕਦਾ ਹੈ। ਇਸ ਲਈ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇਹਨਾਂ ਪੌੜੀਆਂ ਦੇ ਵਿੱਚ ਆਪਾਂ ਬਾਰ-ਬਾਰ ਥੋੜ੍ਹੀ ਵਿਚਾਰ ਨਾਮ ਦੀ ਜ਼ਰੂਰ ਕਰ ਰਹੇ ਹਾਂ, ਕਿਉਂਕਿ ਪਰਮਾਤਮਾ ਇਨਫਿਨਿਟ ਹੈ ਅਤੇ ਉਸ ਤੋਂ ਹੀ ਇਹ ਨਾਮ ਆਇਆ ਹੈ। ਇਹ ਨਾਮ ਵੀ ਇਨਫਿਨਿਟ ਹੈ, ਭਾਵ ਜਿਸ ਦਾ ਕੋਈ ਹੱਦ ਬੰਨਾ ਨਾ ਹੋਵੇ, ਜਿਸ ਦਾ ਚੀਰਾ ਨਾ ਕੋਈ ਹੋਵੇ, ਜਿਸ ਤੱਕ ਆਪਾਂ ਇਹਨਾਂ ਇੰਦਰੀਆਂ ਰਾਹੀਂ ਪਹੁੰਚ ਨਾ ਕਰ ਸਕੀਏ। ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਕੜ ਤੋਂ ਪਰੇ ਹੈ, ਅਪਹੁੰਚ ਇਸ ਲਈ ਉਸ ਨੂੰ ਕਿਹਾ ਜਾਂਦਾ, ਅਗਮ ਅਗੋਚਰ ਉਸ ਨੂੰ ਕਿਹਾ ਜਾਂਦਾ।
ਲੇਕਿਨ ਜਿਉਂ-ਜਿਉਂ ਆਪਾਂ ਨਾਮ ਜਪਦੇ ਹਾਂ ਤੇ ਸਾਡੇ ਅੰਦਰ ਉਸ ਦਾ ਇੱਕ ਅਨੁਭਵ ਪੈਦਾ ਹੁੰਦਾ ਹੈ। ਉਸ ਅਨੁਭਵ ਰਾਹੀਂ ਸਾਨੂੰ ਉਸ ਰੱਬੀ ਗਿਆਨ ਦੀਆਂ ਗੱਲਾਂ ਸਾਡੇ ਹਿਰਦੇ ਵਿੱਚ ਵਸ ਜਾਂਦੀਆਂ, ਸਾਡੀ ਸੁਰਤ ਉੱਚੀ ਹੁੰਦੀ ਹੈ। ਜਿਵੇਂ ਵਿਚਾਰ ਪਿੱਛੇ ਕੀਤੀ ਹੈ, ਮਨ ਘੜਿਆ ਜਾਂਦਾ ਹੈ, ਮਨ ਜਾਗਰਤ ਹੋ ਜਾਂਦਾ ਹੈ। ਇਹ ਸੁਚੇਤਤਾ ਸਾਡੇ ਅੰਦਰ ਪੈਦਾ ਹੁੰਦੀ ਹੈ, ਕਿਉਂਕਿ ਜਿਹੜੀ ਗੱਲ ਕੀਤੀ ਕਿ ਉਹ ਇਨਫਿਨਿਟ ਹੈ, ਉਸ ਦਾ ਹੱਦ ਬੰਨਾ ਕੋਈ ਨਹੀਂ, ਉਸ ਦਾ ਚੀਰਾ ਕੋਈ ਨਹੀਂ। ਅਤੇ ਜਦੋਂ ਅਸੀਂ ਉਸ ਦੇ ਨਾਲ ਜੁੜਦੇ ਹਾਂ ਤਾਂ ਸਾਡੀ ਵੀ ਅਵਸਥਾ ਹੌਲੀ ਹੌਲੀ ਉਹ ਬਣਨਾ ਸ਼ੁਰੂ ਹੋ ਜਾਂਦੀ ਹੈ। ਸਾਡੇ ਅੰਦਰ ਇੱਕ ਬ੍ਰਹਿਮੰਡ ਦਾ ਗਿਆਨ ਪੈਦਾ ਹੁੰਦਾ ਹੈ, ਅਨੁਭਵੀ ਗਿਆਨ ਜਿਸ ਨੂੰ ਕਹਿੰਦੇ ਹੈ। ਜਿੱਥੇ ਅਸੀਂ ਸੰਸਾਰਕ ਤਲ 'ਤੇ ਕਿਵੇਂ ਆਪਣਾ ਜੀਵਨ ਜਿਉਣਾ ਹੈ ਇਹ ਸੋਝੀ ਪ੍ਰਾਪਤ ਕਰਦੇ ਹਾਂ, ਉੱਥੇ ਸੰਸਾਰ ਦੇ ਵਿੱਚ ਅਸੀਂ ਆਤਮਿਕ ਉਚਾਈ ਸਿਖਰਤਾ ਦੇ ਵਿੱਚ ਰਹਿ ਕੇ ਜੋ ਮਨੋਰਥ ਹੈ ਸਾਡਾ, ਇਹ ਮਨੁੱਖਾ ਦੇਹੀ ਪ੍ਰਾਪਤ ਕਰਕੇ ਸੰਸਾਰ ਦੇ ਵਿੱਚ ਆਉਣ ਦਾ, ਉਸ ਮਨੋਰਥ ਪ੍ਰਤੀ ਸੁਚੇਤ ਹੋ ਕੇ ਅਸੀਂ ਬਹੁਤ ਵੱਡਾ ਕਾਰਜ ਕਰਕੇ ਸੰਸਾਰ ਤੋਂ ਜਾਂਦੇ ਹਾਂ ਜਦੋਂ ਨਾਮ ਦੇ ਨਾਲ ਜੁੜਦੇ ਹਾਂ। ਅਸੀਂ ਵੇਖਦੇ ਹਾਂ ਕਿ ਕੀਰਤਨ ਸੁਣਦੇ ਹਾਂ, ਆਪਾਂ ਇਨਫਿਨਿਟ ਦੀ ਗੱਲ ਕੀਤੀ ਹੈ, ਕੀਰਤਨ ਸੁਣਦੇ ਹਾਂ। ਹਰ ਵਾਰ ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਵੀ ਕਰਦੇ ਹਾਂ, ਔਰ ਸਾਡੇ ਨੇਮ ਦੀ ਬਾਣੀ ਹੈ, ਨਿੱਤਾ ਪ੍ਰਤੀ ਅਸੀਂ ਪੜ੍ਹਦੇ ਹਾਂ। ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਜਪਜੀ ਸਾਹਿਬ ਹੈ ਜੇ ਸਿੱਖ ਜਗਤ ਦੀ ਗੱਲ ਕਰੀਏ। ਬਾਕੀ ਵੀ ਪੜ੍ਹਦੇ ਹੋਣਗੇ, ਪਰ ਆਪਾਂ ਜੇ ਸਿੱਖ ਜਗਤ ਦੀ ਗੱਲ ਕਰੀਏ, ਕਿਉਂਕਿ ਸਾਡੇ ਨੇਮ ਦਾ ਹਿੱਸਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ। ਕਦੀ ਕਿਸੇ ਨੇ ਇਹ ਨਹੀਂ ਕਿਹਾ ਹੋਣਾ ਕਿ ਮੈਂ ਜਪਜੀ ਸਾਹਿਬ ਪੜ੍ਹ ਕੇ ਹੁਣ ਥੱਕ ਗਿਆ, ਅੱਕ ਗਿਆ। ਤੁਸੀਂ ਇੱਕ ਸ਼ਬਦ ਸੁਣਦੇ ਹੋ, ਆਪਾਂ ਇਹ ਵਿਚਾਰ ਪਹਿਲਾਂ ਵੀ ਕੀਤੀ ਹੈ, ਇੱਕ ਸ਼ਬਦ ਰਾਗੀ ਸਾਹਿਬਾਨ ਗਾਉਂਦੇ ਹੈ ਦਰਬਾਰ ਸਾਹਿਬ ਦੇ ਵਿੱਚ, ਅਤੇ ਕਈ ਵਾਰ ਦੂਸਰਾ ਰਾਗੀ ਜਦੋਂ ਸ਼ਿਫਟ ਚੇਂਜ ਹੁੰਦੀ ਹੈ ਉਹੀ ਸ਼ਬਦ ਮੁੜ ਕੇ ਸਾਨੂੰ ਸੁਣਨ ਨੂੰ ਮਿਲਦਾ, ਲੇਕਿਨ ਅਸੀਂ ਥੱਕਦੇ ਨਹੀਂ ਹਾਂ, ਅੱਕਦੇ ਨਹੀਂ। ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਇਹ ਸ਼ਬਦ ਮੈਂ ਹੁਣ ਸੁਣਿਆ, ਹੁਣ ਮੈਂ ਬੋਰ ਹੋ ਗਿਆ, ਨਹੀਂ, ਕਿਉਂਕਿ ਪਰਮਾਤਮਾ ਇਨਫਿਨਿਟ ਹੈ। ਇਹੀ ਖੇਡ ਹੈ ਉਸ ਪਰਮਾਤਮਾ ਦੀ। ਇਹ ਨਾਮ ਇੱਕ ਐਸੀ ਅਸਚਰਜਤਾ ਹੈ ਇਸ ਦੇ ਵਿੱਚ ਕਿ ਜਿਉਂ-ਜਿਉਂ ਆਪਾਂ ਸੁਣਾਂਗੇ ਅਸੀਂ ਅੱਕਾਂਗੇ ਨਹੀਂ, ਕਦੀ ਥਕਾਂਗੇ ਨਹੀਂ। ਅਸੀਂ ਕਈ ਵਾਰੀ ਨਾ ਕੋਈ ਦੁਨਿਆਵੀ ਫਿਲਮੀ ਗੀਤ ਲੋਕੀ ਸੁਣਦੇ ਹੈ ਅਤੇ 5, 7, 10 ਵਾਰ ਸੁਣਨਗੇ, ਬਹੁਤਾ ਪਿਆਰਾ ਲੱਗੇ ਗੀਤ ਉਹਨਾਂ ਨੂੰ, ਇਹ ਦੁਨਿਆਵੀ ਤਲ ਦੀ ਗੱਲ ਕਰ ਰਹੇ ਹਾਂ, ਅਤੇ ਫਿਰ ਕਹਿੰਦੇ ਨਹੀਂ ਜੀ ਉਹਨੇ ਬਾਰ-ਬਾਰ ਸੁਣ ਲਿਆ, ਹੁਣ ਨਹੀਂ ਸੁਣਨਾ, ਕੋਈ ਦੂਜਾ ਲਗਾਓ। ਲੇਕਿਨ ਕਦੀ ਕੋਈ ਜਪਜੀ ਸਾਹਿਬ ਵਾਸਤੇ ਇਹ ਨਹੀਂ ਕਹੇਗਾ, ਕਦੀ ਕਿਸੇ ਸ਼ਬਦ ਵਾਸਤੇ ਕੋਈ ਇਹ ਨਹੀਂ ਕਹੇਗਾ। ਖਾਸ ਕਰਕੇ ਜਿਹੜਾ ਸਿੱਖ ਜਗਤ ਦੇ ਨਾਲ ਸੰਬੰਧਿਤ ਹੈ, ਜੋ ਗੁਰੂ ਦਾ ਸਿੱਖ ਆਪਣੇ ਆਪ ਨੂੰ ਵਿਖਾਉਂਦਾ ਹੈ, ਕਦੀ ਸੁਖਮਨੀ ਸਾਹਿਬ ਪ੍ਰਤੀ ਇਹ ਗੱਲ ਨਹੀਂ ਕਹੇਗਾ ਕਿ ਨਹੀਂ ਹੁਣ ਮੈਂ ਸੁਖਮਨੀ ਸਾਹਿਬ ਪੜ੍ਹ ਕੇ ਥੱਕ ਗਿਆ, ਅੱਕ ਗਿਆ, ਹੁਣ ਮਨ ਨਹੀਂ ਕਰਦਾ। ਨਹੀਂ, ਇਨਫਿਨਿਟ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਨਾਮ ਦੀ ਮਹਿਮਾ ਬਿਆਨ ਕਰਦੇ, ਕਬੀਰ ਸਾਤ ਸਮੁੰਦੈ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸੁਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ। ਇਨਫਿਨਿਟ ਹੈ। ਕਬੀਰ ਸਾਤ ਸਮੁੰਦੈ ਮਸ ਕਰੂੰ, ਮਸ ਹੁੰਦਾ ਸ਼ਿਆਈ। ਕਹਿੰਦੇ ਜੇ 7 ਸਮੁੰਦਰਾਂ ਦਾ ਪਾਣੀ ਹੈ, ਇਤਨਾ ਵਿਸ਼ਾਲ ਪਾਣੀ, ਕਹਿੰਦੇ ਸਾਰਾ ਪਾਣੀ ਜੇ ਸ਼ਿਆਈ ਬਣ ਜਾਏ। ਕਲਮ ਕਰੂੰ ਬਨ ਰਾਏ, ਬਨ ਰਾਏ ਹੁੰਦਾ ਹੈ ਸਾਰੀ ਬਨਸਪਤੀ। ਇਹ ਕਿਤਨੇ ਰੁੱਖ ਨੇ, ਕਹਿੰਦੇ ਇਹ ਸਾਰੇ ਰੁੱਖਾਂ ਦੀ ਕਲਮਾਂ ਬਣ ਜਾਣ, ਇਤਨੇ ਰੁੱਖਾਂ ਦੀ ਮੈਂ ਕਲਮਾਂ ਬਣਾ ਲਵਾਂ, 7 ਸਮੁੰਦਰਾਂ ਦੇ ਪਾਣੀ ਦੀ ਸ਼ਿਆਈ ਮੇਰੇ ਕੋਲ ਹੋਵੇ। ਬਸੁਦਾ ਕਾਗਜ਼, ਬਸੁਦਾ ਕਹਿੰਦੇ ਧਰਤੀ ਨੂੰ, ਧਰਤੀ ਮਾਨੋ ਇਤਨੀ ਵਿਸ਼ਾਲ ਧਰਤੀ ਇੱਕ ਕਾਗਜ਼ ਬਣ ਜਾਏ, ਅਤੇ ਇਸ ਧਰਤੀ ਰੂਪੀ ਕਾਗਜ਼ ਦੇ ਉੱਪਰ ਮੈਂ ਲਿਖੀ ਜਾਵਾਂ ਸੱਚੇ ਪਾਤਸ਼ਾਹ ਤੇਰਾ ਨਾਮ, ਪਰ ਤੂੰ ਇਨਫਿਨਿਟ ਹੈ, ਤੂੰ ਬੇਅੰਤ ਹੈ, ਮੈਂ ਤੇਰਾ ਅੰਤ ਨਹੀਂ ਪਾ ਸਕਦਾ, ਤੇਰਾ ਜਸ ਲਿਖ ਨਹੀਂ ਸਕਦਾ। ਬਸੁਦਾ ਕਾਗਜ਼ ਜੋ ਕਰੂੰ ਹਰ ਜਸ ਲਿਖਣ ਨਾ ਜਾਏ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬੋ ਮੂਚ। ਨਾਮ ਦੇ ਮੱਮੇ ਨੂੰ ਸਿਆਰੀ ਹੈ। ਨਾਮ ਦੇ ਵਿੱਚ ਜਿਹੜੇ ਜੁੜ ਜਾਂਦੇ ਹੈ, ਲਗਨ ਲਗਾ ਲੈਂਦੇ ਹੈ, ਕਹਿੰਦੇ ਬੇਅੰਤ ਹੀ ਮੰਦ ਕਰਮੀ ਜੀਵ, ਉਹਨਾਂ ਦਾ ਵੀ ਜੀਵਨ ਬਦਲ ਜਾਂਦਾ ਹੈ। ਉਹ ਮੰਦੇ ਕਰਮਾਂ ਦਾ ਤਿਆਗ ਕਰ ਦਿੰਦੇ। ਐਸੀ ਹੈ ਪਰਮਾਤਮਾ ਦੀ ਨਾਮ ਦੀ ਮਹਿਮਾ ਹੈ, ਇਤਨਾ ਬੇਅੰਤ ਹੈ, ਇਤਨਾ ਉੱਚਾ ਹੈ। ਗੁਰੂ ਸਾਹਿਬ ਇਹ ਸਾਨੂੰ ਸੇਧ ਬਖਸ਼ਿਸ਼ ਕਰਦੇ ਕਿ ਜੇ ਅਸੀਂ ਸੰਸਾਰ ਦੇ ਵਿੱਚ ਆ ਕੇ ਨਾਮ ਦੇ ਨਾਲ ਨਹੀਂ ਜੁੜੇ, ਕਿਉਂਕਿ ਨਾਮ ਦੀ ਪਰਿਭਾਸ਼ਾ ਨੂੰ ਅਸੀਂ ਵੱਖ-ਵੱਖ ਢੰਗ ਦੇ ਨਾਲ ਲੈਂਦੇ ਹਾਂ। ਬਾਹਰਲੇ ਤਲ 'ਤੇ ਕਈ ਵਾਰੀ ਅਸੀਂ ਨਾਮ ਜਪਦੇ ਹਾਂ, ਨਾਮ ਸਾਡੇ ਜੀਵਨ ਵਿੱਚ ਆ ਜਾਣਾ ਚਾਹੀਦਾ, ਜਿਹੜੀ ਮੰਨਣ ਦੀ ਗੱਲ ਹੈ, ਇੰਪਲੀਮੈਂਟੇਸ਼ਨ ਹੋ ਜਾਣੀ ਚਾਹੀਦੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਹੈ ਬਈ ਤੂੰ ਧਿਆਨ ਕਰ, ਸੰਸਾਰ ਦੇ ਵਿੱਚ ਆਇਆ, ਜੇ ਤੂੰ ਨਾਮ ਦੇ ਨਾਲ ਜੁੜ ਕੇ ਨਾਮੀ ਤੱਕ ਨਹੀਂ ਪਹੁੰਚਿਆ ਤੇ ਤੇਰਾ ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਤੇ ਵਿਅਰਥ ਹੈ, ਅਜਾਈ ਹੈ ਦੁਲਬ ਦੇ ਪਾਈ ਵੱਡ ਭਾਗੀ। ਪਾਈ ਵੱਡ ਭਾਗੀ, ਵੱਡ ਭਾਗੀ ਨਹੀਂ ਪੜ੍ਹਨਾ ਇੱਥੇ, ਦੁਲਬ ਦੇ ਪਾਈ ਵੱਡ ਭਾਗੀ, ਵੱਡਿਆਂ ਭਾਗਾਂ ਦੇ ਨਾਲ ਇਹ ਕੀਮਤੀ ਦੇਹੀ ਤੈਨੂੰ ਮਿਲੀ ਹੈ,
ਨਾਮ ਨਾ ਜਪੈ ਤੇ ਆਤਮ ਘਾਤੀ। ਗੁਰੂ ਸਾਹਿਬ ਕਹਿੰਦੇ ਕਿ ਆਤਮ ਘਾਤ ਕਰਨਾ ਸੁਸਾਈਡਲ ਹੈ। ਜੇ ਨਾਮ ਨਹੀਂ ਜਪਿਆ, ਮਾਨੋ ਕਿਸੇ ਨੇ ਸੁਸਾਈਡ ਕਰ ਲਿਆ, ਜੀਵਨ ਖਤਮ ਹੈ। ਆਪਣਾ ਜੀਵਨ ਘਾਤ, ਆਪਣਾ ਆਤਮ ਘਾਤ ਕੋਈ ਕਰ ਲਵੇ, ਖਤਮ ਹੋ ਗਿਆ ਜੀਵਨ। ਕਹਿੰਦੇ ਬਸ ਇਸੇ ਤਰ੍ਹਾਂ ਹੀ ਜਿਹੜਾ ਨਾਮ ਨਹੀਂ ਜਪਦਾ, ਨਾਮ ਦੇ ਨਾਲ ਨਹੀਂ ਜੁੜਦਾ, ਇਤਨੀ ਦੁਰਲਭ ਦੇਹ ਪ੍ਰਾਪਤ ਕਰਕੇ ਮਾਨੋ ਸੁਸਾਈਡ ਕਰਦਾ ਪਿਆ। ਦੁਰਲਭ ਦੇਹ ਪਾਈ ਵੱਡ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਬਿਹੂਣ ਜੀਵਨ ਕੌਣ ਕਾਮ। ਕਿਸ ਕੰਮ ਦਾ ਹੈ ਜੀਵਨ? ਕਿਸੇ ਕੰਮ ਦਾ ਨਹੀਂ, ਕਿਉਂਕਿ ਅਸੀਂ ਆਏ ਹੀ ਇਸੇ ਲਈ ਹਾਂ ਕਿ ਇਹ ਨਾਮ ਦੇ ਨਾਲ ਜੁੜ ਕੇ ਨਾਮੀ ਤੱਕ ਪਹੁੰਚੀਏ। ਸਾਡੇ ਜੀਵਨ ਦਾ ਲਕਸ਼ ਹੈ, ਇਹ ਟਾਰਗੇਟ ਹੈ, ਸਾਡਾ ਏਮ ਹੈ, ਇਹ ਆਬਜੈਕਟ ਹੈ। ਉੱਥੇ ਤੱਕ ਆਪਾਂ ਪਹੁੰਚਣਾ ਹੈ। ਜੇ ਨਹੀਂ ਪਹੁੰਚੇ, ਜੀਵਨ ਅਧੂਰਾ ਹੈ, ਸਫ਼ਰ ਅਧੂਰਾ ਹੈ। ਅਧੂਰਾ ਸਫ਼ਰ ਕਦੀ ਵੀ ਮੰਜ਼ਿਲ ਤੱਕ ਨਹੀਂ ਪਹੁੰਚਾਏਗਾ ਸਾਨੂੰ। ਮੰਜ਼ਿਲ ਹੈ ਪਰਮਾਤਮਾ, ਤੇ ਪਹੁੰਚਣਾ ਉਸ ਤੱਕ ਨਾਮ ਹੈ ਸਾਧਨ। ਜਿਉਂ ਨਾਮ ਜਪਾਂਗੇ ਉਸ ਮੰਜ਼ਿਲ ਤੱਕ ਪਹੁੰਚਾਂਗੇ। ਭਗਤ ਕਬੀਰ ਸਾਹਿਬ ਨੇ ਬੜੀ ਸੁੰਦਰ ਮਿਸਾਲ ਦਿੱਤੀ ਹੈ। ਕਹਿੰਦੇ ਹੈ ਜੇ ਇਸ ਮਨੁੱਖਾ ਦੇਹੀ ਦੇ ਵਿੱਚ ਨਾਮ ਨਹੀਂ ਜਪਿਆ, ਫਿਰ ਕਦੋਂ ਜਪੇਗਾ ਭਾਈ? ਚਾਰ ਪਾਂਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਆਪਾਂ ਦੇਖਦੇ ਆ ਨਾ, ਬੈਲ ਹਲ ਵਾਹੁੰਦੇ ਆ, ਜੋਤਦੇ ਆ ਉਹਨਾਂ ਨੂੰ, ਤੇ ਉਹ ਪਿੱਛੇ ਡੰਡਾ ਵੀ ਮਾਰੀ ਜਾਂਦੇ ਆ, ਉਹ ਤੁਰਦਾ ਵਿਚਾਰਾ, ਹਲਵਾਈ ਜਾਂਦਾ। ਕਬੀਰ ਸਾਹਿਬ ਇੱਕ ਨਕਸ਼ਾ ਸਾਡੇ ਸਾਹਮਣੇ, ਇੱਕ ਖਾਕਾ ਖਿੱਚਦੇ ਹੈ। ਕਹਿੰਦੇ ਬਈ ਕਿਤੇ ਧਿਆਨ ਕਰ ਇਹ, ਕਿ ਕਿਧਰੇ ਤੇਰਾ ਜਿਹੜਾ ਇਹ ਜੀਵਨ ਹੈ ਇਸ ਤਰ੍ਹਾਂ ਦਾ ਹੋਵੇ ਜਿਵੇਂ ਇੱਕ ਪਸ਼ੂ ਦਾ ਜੀਵਨ ਹੈ। ਚਾਰ ਪਾਂਵ, ਤੇਰੇ ਚਾਰ ਪੈਰ ਹੋ ਜਾਣ, ਭਾਵ ਪਸ਼ੂ ਵਰਗਾ ਤੇਰਾ ਜੀਵਨ ਹੋ ਜਾਏ, ਤੇ ਕਿਆ ਤੂੰ ਨਾਮ ਜਪੇਗਾ? ਇਹ ਤੈਨੂੰ ਅਵਸਰ ਮਿਲੇਗਾ ਫਿਰ ਦੁਬਾਰਾ। ਚਾਰ ਪਾਂਵ ਦੋਏ ਸਿੰਘ, ਦੋ ਸਿੰਘ ਹੋਣ ਤੇਰੇ, ਤੇ ਮੁਖ ਤੂੰ ਤੇ ਬੋਲ ਨਹੀਂ ਸਕਦਾ ਪਸ਼ੂ, ਉਸਦੇ ਕੋਲ ਇਹ ਸਮਰੱਥਾ ਨਹੀਂ ਕਿ ਨਾਮ ਜਪ ਸਕੇ। ਚਾਰ ਪਾਂਵ ਦੋਏ ਸਿੰਘ ਗੁੰਗ ਮੁਖ, ਮੁਖੋਂ ਗੁੰਗਾ ਹੋਵੇ, ਫਿਰ ਕਿਸ ਤਰ੍ਹਾਂ ਨਾਮ ਜਪੇਗਾ? ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ, ਡੰਡਾ ਪੈਂਦਾ ਹੋਵੇ ਤੇਰੇ ਲੱਕ ਦੇ ਉੱਪਰ, ਫਿਰ ਤੂੰ ਨਾਮ ਜਪੇਗਾ? ਆਖੇਗਾ ਨਾਮ ਜਪਾਂਗਾ? ਨਹੀਂ ਹੋ ਸਕਦਾ, ਇਹ ਮਨੁੱਖਾ ਦੇਹੀ ਹੀ ਹੈ। ਇਸ ਲਈ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹੈ, ਨਾਮ ਦੀ ਜਾਚ ਨਾ ਕਰਦੇ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ। ਕਿਸੇ ਨੂੰ ਗਾਲਾਂ ਕੱਢਣੀਆਂ ਹੋਣ ਨਾ, ਅਸੀਂ ਕਹਿੰਦੇ ਆ ਮੂਰਖ ਹੈ ਬਈ, ਇਹ ਪਾਗਲ ਹੈ। ਤੇ ਲੇਕਿਨ ਜੇ ਉਸਨੂੰ ਕੋਈ ਹਜ਼ਾਰਾਂ ਗਾਲਾਂ ਕੱਢਣੀਆਂ ਹੋਣ ਤੇ ਇੱਕੋ ਵਾਰੀ ਤ੍ਰਿਗ ਕਹਿ ਦਿਓ, ਤ੍ਰਿਕਾਰ ਹੈ ਬਈ ਤੇਰੇ ਜੀਵਨ ਤੇ, ਹਜ਼ਾਰਾਂ ਗਾਲਾਂ ਦੇ ਬਰਾਬਰ ਹੈ ਤ੍ਰਿਗ। ਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਪਰਮਾਤਮਾ ਦੇ ਨਾਮ ਦੇ ਨਾਲ ਨੇ ਵਿਸਾਰ ਕੇ ਹੋਰ ਚੀਜ਼ਾਂ ਦੇ ਨਾਲ ਨੇ ਪਾ ਲੈਣਾ ਸੰਸਾਰ ਦੇ ਵਿੱਚ ਆ ਕੇ, ਤ੍ਰਿਕਾਰ ਹੈ ਐਸਾ ਜੀਵਨ। ਮਿਲ ਮੇਰੇ ਗੋਬਿੰਦ, ਇਸ ਲਈ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਆਪਣਾ ਨਾਮ ਦੇ, ਤਾਂ ਕਿ ਤੇਰੇ ਨਾਮ ਦੇ ਨਾਲ ਜੁੜ ਕੇ ਮੇਰਾ ਜੀਵਨ ਸਰਸ਼ਾਰ ਹੋ ਸਕੇ, ਗੁਣਾਂ ਦੇ ਨਾਲ ਜੀਵਨ ਭਰਿਆ ਜਾਏ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ। ਨਾਮ ਬਿਨਾ ਜੋ ਪਹਿਰੈ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਕੁਝ ਤੂੰ ਖਾ ਪੀ ਰਿਹਾ ਹੈ ਨਾ, ਇਹ ਮਾਨੋ ਜਿਵੇਂ ਕੁੱਤਾ ਗੰਦਗੀ ਦੇ ਵਿੱਚ, ਝੂਠ ਦੇ ਵਿੱਚ ਮੂੰਹ ਮਾਰਦਾ ਨਾ, ਉਸ ਵਰਗਾ ਹੈ ਤੇਰਾ ਜੀਵਨ। ਇਹ ਮੈਨੂੰ ਕਹਿ ਰਹੇ ਹੈ, ਨਾਮ ਬਿਨਾ ਜੋ ਪਹਿਰੈ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਇਸ ਲਈ ਅੱਜ ਕੱਲ੍ਹ ਦੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਬਜ਼ੁਰਗ ਸਾਡੇ ਪਹਿਲਾਂ ਕਿਤਨੇ ਮਿਹਨਤ ਮੁਸ਼ੱਕਤ ਵਾਲਾ ਜੀਵਨ ਸੀ, ਕਿਤਨੀ ਮਿਹਨਤ ਉਹਨਾਂ ਨੇ ਕੀਤੀ। ਅੱਜ ਜੋ ਆਪਾਂ ਮਹਿਲ ਮਾੜੀਆਂ ਵੇਖਦੇ ਹਾਂ, ਗੁਰੂ ਦੀ ਬਖਸ਼ਿਸ਼, ਉਸ ਪਰਮਾਤਮਾ ਦੀ ਬਖਸ਼ਿਸ਼, ਅਸੀਂ ਉਜੜ ਕੇ ਆਏ। ਕਿੱਥੋਂ ਉਜੜ ਕੇ ਆਏ? ਰਾਤਾਂ ਕੱਟੀਆਂ, ਝਾੜੀਆਂ ਦੇ ਪਿੱਛੇ ਰਹੇ, ਪੱਥਰਾਂ ਦੇ ਪਿੱਛੇ ਰਹੇ, ਗੋਲੀਆਂ ਦੇ ਵਿੱਚੋਂ ਨਿਕਲੇ। ਕਈਆਂ ਨੇ ਤੇ ਆਪਣੀਆਂ ਧੀਆਂ ਭੈਣਾਂ ਨੂੰ ਉੱਥੇ ਹੀ ਕਤਲ ਕੀਤਾ ਕਿ ਕਿਤੇ ਰਸਤੇ ਦੇ ਵਿੱਚ ਇਹਨਾਂ ਦੀ ਬੇਪਤੀ ਨਾ ਹੋ ਜਾਏ। ਅਸੀਂ ਮੁਜ਼ੱਫਰਾਬਾਦ ਦੀ ਗੱਲ ਕਰਦੇ ਹਾਂ, ਬਹੁਤ ਧੀਆਂ ਭੈਣਾਂ ਆਪ ਮਾਰ ਕੇ ਸਾਡੇ ਬਜ਼ੁਰਗ ਆਏ। ਔਰ ਅੱਜ ਆਪਾਂ ਦੇਖਦੇ ਹਾਂ ਕਿ ਕਿਤਨੀਆਂ ਬਸਤੀਆਂ ਸਾਡੀਆਂ ਵਧੀਆ, ਅਸੀਂ ਇਹ ਤੁਸੀਂ ਆਪਣੀ ਬਸਤੀ ਦੀ ਗੱਲ ਕਰ ਲਓ, ਕਿਤਨਾ ਵਧੀਆ ਤੁਸੀਂ ਮਕਾਨ ਬਣਾਏ ਹੋਏ। ਕਿਸੇ ਥਾਂ 'ਤੇ ਵੀ ਆਪਾਂ ਚਲੇ ਜਾਈਏ, ਕਨਾਲ ਦੇ ਵਿੱਚ ਸਾਡੀ ਕੋਠੀ ਹੈ, ਕੁਝ ਨਾਰਮਲ ਵੀ ਹੋਣਗੇ, ਜ਼ਰੂਰੀ ਨਹੀਂ ਹੈ, ਲੇਕਿਨ ਆਪਣੇ ਉਸ ਹੈਸੀਅਤ ਅਨੁਸਾਰ ਹੀ ਆਪਾਂ ਵਧੀਆ ਸਾਡਾ ਰਹਿਣ ਸਹਿਣ ਹੈ। ਗੁਰੂ ਨੇ ਬਖਸ਼ਿਸ਼ ਕੀਤੀ ਹੈ, ਇਸ ਕੌਮ ਦੇ ਉੱਪਰ ਭੀੜਾ ਹਰ ਵੇਲੇ ਬਣਦੀ ਰਹਿੰਦੀ ਹੈ,
ਲੇਕਿਨ ਉਸ ਭੀੜਾਂ ਤੋਂ ਜਦੋਂ ਅਸੀਂ ਗੁਰੂ ਦੇ ਨਾਲ ਜੁੜੇ ਰਹਿੰਦੇ ਹਾਂ ਤੇ ਬਾਹਰ ਨਿਕਲ ਆਉਂਦੇ ਹਾਂ। ਸਾਡੇ ਅੰਦਰੋਂ ਸਮਰੱਥਾ ਹੈ, ਸਾਡੇ ਅੰਦਰੋਂ ਦ੍ਰਿੜਤਾ ਹੈ, ਸਾਡੇ ਅੰਦਰੋਂ ਸ਼ਕਤੀ ਹੈ ਕਿ ਅਸੀਂ ਗੁਰੂ ਨੂੰ ਆਪਣੇ ਸਾਹਮਣੇ ਰੱਖ ਕੇ ਅਸੀਂ ਇਹਨਾਂ ਚੈਲੰਜਸ ਨੂੰ ਪਾਰ ਕਰਦੇ ਹਾਂ। ਅੱਗੇ ਗੱਲ ਕਰਾਂਗੇ, ਪਾਰ ਕਰਦੇ ਹਾਂ ਇਹਨਾਂ ਚੈਲੰਜਸ ਨੂੰ। ਤੇ ਅੱਜ ਅਸੀਂ ਮਾਣ ਰਹੇ ਹਾਂ, ਸਭ ਸੁੱਖ ਦੁਨੀਆ ਦੇ ਆਪਾਂ ਮਾਣ ਰਹੇ ਹਾਂ। ਪਰੇਸ਼ਾਨੀਆਂ ਵੀ ਨੇ ਕਿਉਂਕਿ ਪਾਰਟ ਐਂਡ ਪਾਰਸਲ ਹੈ, ਲੇਕਿਨ ਫਿਰ ਵੀ ਅਸੀਂ ਜਿਹੜਾ ਹੈ ਬਹੁਤ ਵਧੀਆ ਜੀਵਨ ਬਤੀਤ ਮੈਂ ਸਮਝਦਾ ਕਿ ਕਰ ਰਹੇ ਹਾਂ। 1947 ਤੋਂ ਲੈ ਕੇ ਜੇ ਅੱਜ ਦੀ ਜੇ ਜੀਵਨ ਦੀ ਘੋਖ ਕਰੀਏ ਤੇ ਬਜ਼ੁਰਗਾਂ ਨੇ ਕਿਤਨੀ ਮਿਹਨਤ ਕੀਤੀ ਹੈ, ਸਭ ਕੁਝ ਇਹ ਕੀਤਾ ਹੈ। ਤੇ ਜੇ ਅੱਜ ਸਾਡੇ ਨੌਜਵਾਨ ਬੱਚੇ ਦੇਖਦੇ ਹਾਂ ਆਪਾਂ ਗੁਰਦੁਆਰੇ ਖਾਲੀ ਪਏ ਹੈ, ਨਹੀਂ ਆ ਰਹੇ। ਬਜ਼ੁਰਗ ਮਿਹਨਤ ਕਰਕੇ ਵੀ ਸਵੇਰੇ 4 ਵਜੇ ਉੱਠਣਾ, 3 ਵਜੇ ਉੱਠਣਾ, ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਨਾ, ਸਤਸੰਗਤ ਕਰਨੀ। ਗੁਰਦੁਆਰੇ ਘੱਟ ਹੁੰਦੇ ਸਨ, ਆਪਸ ਦੇ ਵਿੱਚ ਮਿਲਦੇ ਸਨ, ਬੈਠਦੇ ਸਨ। ਉਹ ਸਾਂਝ ਸੀ, ਉਹ ਪ੍ਰੇਮ ਸੀ, ਇੱਕ ਦੂਜੇ ਦੇ ਨਾਲ ਹਮਦਰਦੀ ਸੀ। ਅੱਜ ਸਾਡਾ ਨੌਜਵਾਨ ਕਿੱਥੇ ਹੈ? ਤੇ ਗੁਰੂ ਸਾਹਿਬ ਕੀ ਕਹਿੰਦੇ ਆ, ਨਾਮ ਬਿਨਾ ਜਿਹੜਾ ਹੁਣ ਬੱਚਾ 10 ਵਜੇ ਉੱਠੇਗਾ। ਮੇਰੇ ਵੀ ਬੱਚਿਆਂ ਦੀ ਇਹੀ ਹਾਲਤ ਹੈ, ਤੁਹਾਡੇ ਵੀ ਬੱਚਿਆਂ ਦੀ ਇਹੀ ਹਾਲਤ ਹੋ ਸਕਦੀ ਹੈ। ਲੇਕਿਨ ਅੱਜ ਅਸੀਂ ਕਿਹੜੇ ਮਾਰਗ ਤੇ ਤੁਰਦੇ ਜਾ ਰਹੇ ਹਾਂ, ਸਾਨੂੰ ਸਮਝਣਾ ਪਏਗਾ। ਗੁਰੂ ਸਾਹਿਬ ਕਹਿੰਦੇ ਨਾਮ ਬਿਨਾ ਜਿਹੜਾ ਉਹ ਬੱਚਾ ਹੁਣ 10 ਵਜੇ ਉੱਠਦਾ ਹੈ, ਉਹ ਕਿੱਥੇ ਨਾਮ ਜਪੇਗਾ? ਔਖਾ ਹੈ। ਨਾਮ ਬਿਨਾ ਜੋ ਪਹਿਰਾ ਖਾਏ, ਜਿਉ ਕੂਕਰ ਜੂਠਣ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਭਾਈ ਜੋ ਕੁਝ ਤੂੰ ਕਰ ਰਿਹਾ ਹੈ, ਜੋ ਕੁਝ ਤੂੰ ਬਣਾ ਰਿਹਾ ਹੈ, ਜੋ ਪਦਾਰਥ ਇਕੱਤਰ ਕਰ ਰਿਹਾ ਹੈ, ਜੋ ਦੁਨੀਆ ਦੇ ਸੁੱਖ ਸਾਧਨ ਮਾਣ ਰਿਹਾ ਹੈ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਕਹਿੰਦੇ ਕਿਸੇ ਮ੍ਰਿਤਕ ਦੇਹ ਨੂੰ ਸ਼ਿੰਗਾਰ ਲਈਏ ਆਪਾਂ, ਜਿੰਨਾ ਮਰਜ਼ੀ ਸ਼ਿੰਗਾਰ ਦਿਓ ਉਸਨੂੰ ਕੋਈ ਲਾਭ ਹੈ? ਉਸ ਕਿਸੇ ਡੈਡ ਬਾਡੀ ਨੂੰ ਅਸੀਂ ਸ਼ਿੰਗਾਰ ਦਈਏ, ਵਧੀਆ 5-10-20 ਹਜ਼ਾਰ ਦਾ ਉਹਨੂੰ ਸੂਟ ਪਵਾ ਦਈਏ, ਬਹੁਤ ਵਧੀਆ ਉਸ ਦੀ ਨਾਲ ਤਿਆਰੀ ਕਰਾ ਦਈਏ, ਕੋਈ ਲਾਭ ਹੈ? ਕਹਿੰਦੇ ਬਸ ਇਸੇ ਤਰ੍ਹਾਂ ਹੀ ਜੋ ਕੁਝ ਅਡੰਬਰ ਤੂੰ ਕਰ ਰਿਹਾ ਸੰਸਾਰ ਦੇ ਵਿੱਚ, ਨਾਮ ਤੂੰ ਵਿਹੀਨਾ ਹੋ ਕੇ, ਨਾਮ ਤੂੰ ਵਾਂਝਾ ਹੋ ਕੇ, ਇਹ ਮਾਨੋ ਕਿਸੇ ਡੈਡ ਬਾਡੀ ਨੂੰ ਸ਼ਿੰਗਾਰਨ ਦੇ ਬਰਾਬਰ ਹੈ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਨਾਮ ਬਿਨਾ ਕਰੇ ਅਨ ਕਾਜ, ਬਿਨ ਸਜਾਏ ਝੂਠੇ ਸਭ ਪਾਜ। ਹਰ ਕਾ ਨਾਮ ਜਿਨ ਮਨ ਨਾ ਅਰਾਧਾ। ਧਿਆਨ ਰੱਖੀ ਬਈ, ਚੋਰ ਕੀ ਨਿਆਈ ਜੰਮਪੁਰ ਬਾਂਧਾ। ਜਿਵੇਂ ਚੋਰ ਸਨ ਲਾ ਕੇ ਜੇ ਚੋਰੀ ਕਰਦਾ ਨਾ, ਪਕੜਿਆ ਜਾਏ, ਚੰਗੀ ਕੁਟਾਪਾ ਚਾੜਿਆ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੀ ਜਮਾਂ ਦੇ ਮਾਰਗ ਤੇ ਤੂੰ ਤੁਰ ਰਿਹਾ। ਨਾਮ ਤੋਂ ਬਿਨਾ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇਰਾ ਕੁਟਾਪਾ ਕਰੀ ਜਾ ਰਹੇ ਹੈ। ਫਸਿਆ ਹੋਇਆ ਕਾਮ ਵਾਸ਼ਨਾ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ, ਅਹੰਕਾਰ ਦੇ ਵਿੱਚ, ਮਾਨੋ ਚੋਰਾਂ ਦੇ ਨਿਆਈ ਤੂੰ ਬਣਿਆ ਜਾ ਰਿਹਾ ਹੈ। ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਮਪੁਰ ਬਾਂਧਾ। ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਹੈ ਨਾਮ ਤੋਂ ਬਿਨਾ। ਔਰ ਜਿਉਂ-ਜਿਉਂ ਅਸੀਂ ਇਸ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ ਤੇ ਸਾਡੇ ਜੀਵਨ ਦੇ ਵਿੱਚ ਨਾ 3 ਪੜਾਅ ਆਉਂਦੇ ਹੈ। ਔਰ ਉਹਨਾਂ 3 ਪੜਾਵਾਂ ਤੱਕ ਪਹੁੰਚਣਾ ਕਿਵੇਂ ਹੈ? ਗੁਰੂ ਸਾਹਿਬ ਕਹਿੰਦੇ ਕਿਵੇਂ ਨਾਮ ਜਪਣਾ ਹੈ? ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਇਹ ਹੈ ਕਰਮਾਂ ਕਰਕੇ ਜਿਹੜੀ ਗੱਲ ਹੈ ਉਹ ਮੰਨਣ ਦੀ ਗੱਲ ਹੈ, ਮੰਨਣ, ਉਹ ਇੰਪਲੀਮੈਂਟੇਸ਼ਨ ਹੈ। ਕਰਮਾਂ ਕਰਕੇ ਕਿਵੇਂ ਜਪਣਾ ਹੈ ਉਹ ਅਸੀਂ ਅਗਲੀ ਪੌੜੀ ਦੇ ਵਿੱਚ ਕਰਾਂਗੇ। ਬਚਨਾ ਕਰਕੇ ਸਭ ਤੋਂ ਪਹਿਲਾਂ ਸਟਾਰਟ ਹੁੰਦਾ ਹੈ, ਫਿਰ ਮਨ ਕਰਕੇ ਪਹੁੰਚਦੇ ਹਾਂ। ਇਸ ਤਰ੍ਹਾਂ ਡਿਫਾਈਨ ਕਰਨਾ ਹੋਵੇ ਤੇ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਲੇਕਿਨ ਜਦੋਂ ਅਸੀਂ ਇਸ ਦੀ ਵਿਆਖਿਆ ਕਰਦੇ ਹਾਂ ਤੇ ਪਹਿਲੇ ਬਚਨਾ ਕਰਕੇ ਆਉਂਦਾ ਹੈ। ਬਚਨਾ ਕਰਕੇ ਕੀ ਹੈ? ਰਸਨਾ ਦੇ ਨਾਲ ਬੋਲਣਾ ਤੇ ਆਪਣੇ ਕੰਨਾਂ ਦੇ ਨਾਲ ਸੁਣਨਾ। ਹੁਣ ਮੈਂ ਬੋਲ ਰਿਹਾ ਤੇ ਜੇ ਮੈਂ ਇਸ ਬੋਲੇ ਹੋਏ ਨੂੰ ਆਪ ਨਹੀਂ ਸੁਣਦਾ, ਤੁਹਾਨੂੰ ਸੁਣਾ ਰਿਹਾ, ਇਹ ਵਿਅਰਥ ਹੈ। ਮੇਰੇ ਜੀਵਨ ਦੇ ਵਿੱਚ ਇਸ ਦਾ ਕੋਈ ਲਾਭ ਨਹੀਂ ਹੈ, ਉਹ ਫੋਕਟ ਗਿਆਨ ਹੋਏਗਾ। ਇਸ ਲਈ ਜੋ ਕੁਝ ਮੈਂ ਬੋਲ ਰਿਹਾ ਹਾਂ ਉਹਨੂੰ ਮੈਂ ਸੁਣਨਾ ਵੀ ਹੈ, ਤਾਂ ਕਿ ਉਹੀ ਮੇਰੇ ਅੰਦਰ ਜਾ ਕੇ ਵਸੇਗਾ। ਉਹ ਮਨ ਕਰਕੇ ਹੋਏਗਾ। ਰਸਨਾ ਕਰਕੇ ਅਸੀਂ ਜਪਣਾ, ਸਭ ਤੋਂ ਪਹਿਲਾਂ ਸਟਾਰਟ ਇੱਥੇ ਹੋਏਗਾ। ਰਸਨਾ ਜਪਤੀ ਤੂੰ ਹੀ ਤੂੰ ਹੀ। ਕਹਿੰਦੇ ਮਾਤ ਗਰਭ ਤੁਮ ਹੀ, ਪ੍ਰਤਪਾਲਕ ਮ੍ਰਿਤ ਮੰਡਲ ਇੱਕ ਤੂੰ ਹੀ। ਗੁਰੂ ਸਾਹਿਬ ਕਹਿੰਦੇ ਨੇ ਰਸਨਾ ਦੇ ਨਾਲ ਤੂੰ ਹੀ ਵਾਹਿਗੁਰੂ ਵਾਹਿਗੁਰੂ ਜਪੀ ਜਾ ਜਪੀ ਜਾ। ਲੇਕਿਨ ਬਾਹਰਲੇ ਤਲ ਦਾ ਨਾ ਹੋਵੇ। ਜਿਵੇਂ ਆਪਾਂ ਕਈ ਵਾਰੀ ਇਸ ਦੀ ਵਿਚਾਰ ਵੀ ਕੀਤੀ ਹੈ, ਬਾਹਰਲੇ ਤਲ 'ਤੇ ਆਪਾਂ ਕਈ ਵਾਰੀ ਵਾਹਿਗੁਰੂ 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 ਕਰਦੇ ਰਹਿੰਦੇ ਹਾਂ। ਵਾਹਿਗੁਰੂ ਕਰਦਿਆਂ ਵਾਹਿਗੁਰੂ ਦੇ ਗੁਣ ਕਿਹੜੇ ਨੇ? ਉਹ ਇੱਕ ਹੈ, ਓੰਕਾਰ ਹੈ, ਸਤ ਨਾਮ ਹੈ, ਕਰਤਾ ਹੈ, ਪੁਰਖ ਹੈ, ਉਹ ਅਜੂਨੀ ਹੈ, ਉਹ ਸਹਿਭੰਗ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਇਹ ਗੁਣ ਮੇਰੇ ਸਾਹਮਣੇ ਹੋਣੇ ਚਾਹੀਦੇ ਤੇ ਮੇਰੇ ਜੀਵਨ ਦੇ ਵਿੱਚ ਜਪਦਿਆਂ ਜਪਦਿਆਂ ਵਾਹਿਗੁਰੂ ਆ ਜਾਣੇ ਚਾਹੀਦੇ ਹੈ।
ਤਾਂ ਵਾਹਿਗੁਰੂ ਜਪਣਾ ਹੈ ਇਸ ਤਰੀਕੇ ਨਾਲ। ਰਸਨਾ ਜਪਤੀ ਤੂੰ ਹੀ। ਇਸੇ ਤਰ੍ਹਾਂ ਅਸੀਂ ਪੜ੍ਹਦੇ ਹਾਂ ਨਾ, ਅਕਸਰ ਇਹ ਸ਼ਬਦ ਸੁਣਦੇ ਵੀ ਹਾਂ, ਰੰਗੀਲੇ ਜੇਵਾ ਹਰ ਕੈ ਨਾਏ, ਸੋ ਰੰਗ ਰੰਗੀਲੇ ਹਰ ਹਰ ਧਿਆਏ। ਕਹਿੰਦੇ ਜਿਹੜੀ ਜੇਵਾ ਜਿਹੜੀ ਹੈ ਨਾ, ਰੰਗੀ ਜਾਂਦੀ ਹੈ ਪਰਮਾਤਮਾ ਦੇ ਨਾਮ ਦੇ ਵਿੱਚ। ਕਿਵੇਂ ਰੰਗੀ ਜਾਂਦੀ ਹੈ? ਜਪਦਿਆਂ ਜਪਦਿਆਂ। ਰੰਗੀਲੇ ਜੇਵਾ ਹਰ ਕੈ ਨਾਏ, ਸੋ ਰੰਗ ਰੰਗੀਲੇ ਹਰ ਹਰ ਧਿਆਏ। ਪਰਮਾਤਮਾ ਦਾ ਸਿਫਤ ਸਲਾਹ ਕਰਦਿਆਂ ਕਰਦਿਆਂ ਇਹ ਬੜੀ ਸੋਹਣੀ ਹੋ ਜਾਂਦੀ ਹੈ। ਸੋਹਣੀ ਕਿਸ ਤਰ੍ਹਾਂ ਹੋ ਜਾਂਦੀ ਹੈ? ਜੀਵ ਤੇ ਉਹੀ ਰਹਿਣੀ ਹੈ, ਅੰਦਰ ਇਸ ਦਾ ਸੋਹਣਾਪਣ ਕੀ ਹੈ? ਇਹ ਐਬਿਊਸਿਵ ਲੈਂਗੁਏਜ ਛੱਡ ਦਿੰਦੀ ਹੈ, ਇਹ ਮਾੜਾ ਬੋਲਣਾ ਛੱਡ ਦਿੰਦੀ ਹੈ, ਇਹ ਵਿਖੇ ਰਸ ਲੈਣਾ ਛੱਡ ਦਿੰਦੀ ਹੈ, ਇਹ ਕਿਸੇ ਦੀ ਨਿੰਦਿਆ ਚੁਗਲੀ ਕਰਨਾ ਛੱਡ ਦਿੰਦੀ ਹੈ। ਬਸ ਸੋਹਣੀ ਹੋ ਜਾਂਦੀ ਹੈ, ਇਹ ਸ਼ਿੰਗਾਰੀ ਜਾਂਦੀ ਹੈ ਨਾਮ ਦੇ ਨਾਲ। ਫਿਰ ਵਾਹਿਗੁਰੂ ਵਾਹਿਗੁਰੂ ਬੋਲਦੀ ਹੈ, ਫਿਰ ਮਿੱਠੇ ਬੋਲ ਬੋਲਦੀ ਹੈ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਆਣ ਰਸਾ जेते तै चाखे, निमख न तृष्णा तेरी लाथे। हर रस का तू चाखें साध, चाखत होए रहें बिस्माद। ये बिस्माद वाली अवस्था में आ जाती है ज्यों ज्यों ये अमृत रसना जपदी है परमात्मा का नाम। तो वो कहते हैं रंगीले जेवा हर कै नाए, सो रंग रंगीले हर हर त्याए। कहते हैं रे जेवा करूँ सत खंड, रे जेवा भगत नाम देव, रे जेवा करूँ सत खंड, तेरे मैं 100 टुकड़े कर दियाँ जे तू परमात्मा का नाम नहीं जपदी। तू की लाभ है तेरी इस मूँह दे विच, तेरे शरीर दे विच तेरी जेवा, ये कोई लाभ दी नहीं है भाई। रे जेवा करूँ सत खंड, जाम ना उचरस श्री गोबिंद। जे परमात्मा का नाम नहीं जपदी तो फिर इसके मैं मानो 100 टुकड़े कर दियाँ। मैनू नहीं चाहिए इस तरह की जीव जिहड़ी नाम नू विसार के बैठी हुई है मेरे मूँह के अंदर। मिथ्या जेवा अवरे काम, निर्वाण पद एक हर को नाम। मिथ्या जेवा कहते उस जेवा का कोई लाभ नहीं है जेड़े होर कामां दे विच फसी हुई है, गीतां दे विच फसी हुई है, अश्लील गाने गाण दे विच फसी हुई है, विखे रस शराब का रस लैण विच फसी हुई है। मिथ्या है। मिथ्या जेवा अवरे काम, निर्वाण पद कहते वो उच्ची आत्मक अवस्था केवल मिलेगी एक हर को नाम। परमात्मा का नाम जपण दे नाल ज्यों ज्यों ये जपेगी निर्वाण पद प्राप्त होएगा। इसलिए गुरु साहब भी कहते हैं, गुरु अर्जन पातशाह जी, हे जेवे तू राम गुण गाओ, निमख निमख हर हर त्याओ। हुण ये ध्यान करना, निमख निमख की होंदा है? हर पल अख झपकन जिन्ना समा निमख है। भाव कहते हैं कि अख झमकन समय जितना समा बतीत होता है, गुजरता है, कितना को समय है, इस समय के अंदर भी असी परमात्मा का नाम इस रसना के नाल नहीं विसारना। गुरु साहब ये कह रहे हैं। हुण जदों असी बैठे होंदे हां विआह शादियां दे विच डीजे की धमक के सामने, उत्थे रसना साडी की कहती है? उत्थे कित्थे निमख निमख हर हर ध्याऊं? नहीं है ना। हे जेवा, हे जेवे तू राम गुण गाओ, निमख निमख हर 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 ध्याओ। जपी जा 8 पैर जेवे आराध। कहते इस तरीके की तेरी अवस्था बन जानी चाहिए है कि तू 8 पैर परमात्मा का नाम जपदी जाए। पर असी दूजे रसां विच फसे हुए हैं। गुरु साहब कहते ज्यों ज्यों रसना जपदी है नाम, तो फिर वो नाम साडे अंदर भी आउंदा है। ਆਪਾਂ मिसाल ਲਈ सी कि बच्चा सुनता है, सुन के फिर तोतली जुबान दे विच बोलता है, तो उही चीज़ जदों उसके अंदर वस जाती है, हौली हौली बच्चे की ज्यों ज्यों ग्रोथ होती है तो बच्चा फिर उसकी लैंगुएज बोलना ही साफ हो जाती है। इस तरह ही जदों असी इस रसना के नाल जपदे हाँ, वो साडे अंदर वस रहा है, अंदर जा रहा है। अंदर रचा सच स्यों, अंदर रचा सच स्यों। जदों अंदर रच मिच जाता है, किवें? जपद्यां जपद्यां। इनू अभ्यास नू करके वेखो तुसी। ये अभ्यास जिहड़े इस अवस्था ते पहुँचे हुए ने वो बयान कर सकते। ये नहीं कि मेरी अवस्था बनी हुई है, लेकिन जिहड़े बार 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 बाणी सुनते हैं तो फिर उन्होंने जपते हैं, हौली हौली एक अवस्था ऐसी पहुँचती है कि तुहानू फिल्मी गाने चंगे नहीं लगणगे। तुहानू किते होर थां ते बैठना चंगा नहीं लगेगा जिथे कोई होर गल्लां हो रही। ये अवस्था बन जाती है ज्यों ज्यों असी रसना के नाल जपते हैं। और ये रसना जिहड़ी है ज्यों ज्यों जपदी है तो फिर असी जदों अंदर वसदा है, फिर ये मन करके बचना, मन करके
ਜਿਹੜੀ ਗੱਲ ਕੀਤੀ ਹੈ ਜਪਣਾ ਹੋ ਜਾਂਦਾ ਹੈ। ਜਿਵੇਂ ਮਾਂ ਹੈ ਨਾ, ਮਾਂ ਦਾ ਬੱਚਾ ਬਾਹਰ ਗਿਆ ਹੋਇਆ ਹੈ, ਫੋਰਨ ਕੰਟਰੀ ਹੈ, ਹੁਣ ਮਾਂ ਇੱਥੇ ਬੈਠੀ ਹੈ, ਹਜ਼ਾਰਾਂ ਕਿਲੋਮੀਟਰ ਦੂਰ ਬੈਠੀ ਹੈ, ਉਸ ਦੀ ਸਿਮਰਤੀ ਦੇ ਵਿੱਚ ਬੱਚੇ ਨੂੰ ਉਹ ਹਰ ਵੇਲੇ ਨਾਮ ਲੈ ਕੇ ਯਾਦ ਨਹੀਂ ਕਰ ਰਹੀ ਹੁਣ, ਲੇਕਿਨ ਉਸ ਦੀ ਸਿਮਰਤੀ ਦੇ ਵਿੱਚ ਹਰ ਵੇਲੇ ਬੱਚੇ ਦੀ ਯਾਦ ਚੱਲਦੀ ਰਹਿੰਦੀ ਹੈ। ਬੋਲੇ ਨਾ ਬੋਲੇ, ਉਸ ਦਾ ਚਿਹਰਾ, ਉਸ ਦੇ ਹਾਵ ਭਾਵ ਦੱਸ ਦੇਣਗੇ ਕਿ ਇਹ ਬੱਚੇ ਦੀ ਯਾਦ ਦੇ ਵਿੱਚ ਹੈ ਮਾਂ। ਯਾਦ ਦੇ ਵਿੱਚ ਉਸ ਦਾ ਬਾਹਰਲਾ ਚਿਹਰਾ ਸਾਨੂੰ ਦੱਸ ਦਿੰਦਾ ਹੈ। ਇਸੇ ਤਰ੍ਹਾਂ ਹੀ ਜਿਉਂ-ਜਿਉਂ ਅਸੀਂ ਜਪਦੇ ਹਾਂ ਨਾ, ਇੱਕ ਐਸੀ ਅਵਸਥਾ ਜਿਹੜੀ ਆ ਜਾਂਦੀ ਜਿੱਥੇ ਮਨ ਕਰਕੇ ਹੈ, ਉਹ ਕਿਹੜੀ ਹੈ ਕਿ ਫਿਰ ਸਾਨੂੰ ਬਾਹਰੋਂ ਸਾਡੀ ਜ਼ੁਬਾਨ ਜਪੇ ਨਾ ਜਪੇ, ਬੋਲੇ ਨਾ ਬੋਲੇ, ਡਜ਼ਨਟ ਮੈਟਰ, ਕੋਈ ਮੰਤਵ ਨਹੀਂ ਰਹਿੰਦਾ, ਕਿਉਂਕਿ ਅੰਦਰ ਹੁਣ ਰਚ ਮਿਚ ਗਿਆ। ਹੁਣ ਮਨ ਕਰਕੇ ਜਪਣ ਦੀ ਅਵਸਥਾ ਤੱਕ ਅਸੀਂ ਪਹੁੰਚ ਗਏ ਹਾਂ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ, ਕਹਿੰਦੇ ਹੁਣ ਅਵਸਥਾ ਕਿਸ ਤਰ੍ਹਾਂ ਦੀ, ਹਰ ਵੇਲੇ ਚਿੱਤ ਦੇ ਵਿੱਚ ਨਾ ਹੁਣ ਸਿਮਰਨ ਚੱਲਦਾ ਰਹਿੰਦਾ। ਇਸੇ ਨੂੰ ਸਿਮਰਨ ਕਹਿੰਦੇ ਆ। ਆਪਾਂ ਕਈ ਵਾਰੀ ਸਿਮਰਨ ਦੀ ਵਿਆਖਿਆ ਗਲਤ ਕਰਦੇ ਹਾਂ। ਅਸੀਂ ਕਹਿੰਦੇ ਹਾਂ ਜੀ ਸਵੇਰੇ ਅਸੀਂ ਸਿਮਰਨ ਕਰਦੇ ਹਾਂ, ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਨੇ, ਉਹ ਟੰਗਣ ਨਹੀਂ ਮੈਂ ਕਰ ਰਿਹਾ। ਜੇ ਸਿਮਰਨ ਕਰਦਿਆਂ ਕਰਦਿਆਂ ਜੀਵਨ ਬਦਲ ਜਾਏ ਤੇ ਕਾਇਆ ਕਲਪ ਹੋ ਜਾਣੀ ਚਾਹੀਦੀ ਸੀ ਅੱਜ ਸਿੱਖ ਸਮਾਜ ਦੀ, ਲੇਕਿਨ ਅਸੀਂ ਇੱਥੇ ਤਾਂ ਸਿਮਰਨ ਕਰਦੇ ਹਾਂ ਕਹਿਣ ਮਾਤਰ, ਬਾਹਰ ਸੰਸਾਰ ਦੇ ਅੰਦਰ ਵਿਚਰਦਿਆਂ ਉਹੀ ਸਾਡੀ ਹਾਲਤ ਬਣ ਜਾਂਦੀ ਹੈ। ਜੋ ਕੁਝ ਬਾਹਰਲਾ ਸੰਸਾਰੀ ਮਨੁੱਖ, ਸਾਕਤ ਮਨੁੱਖ, ਪਰਮਾਤਮਾ ਤੋਂ ਟੁੱਟਾ ਹੋਇਆ ਮਨੁੱਖ ਕਰ ਰਿਹਾ, ਉਹ ਮੈਂ ਵੀ ਕਰ ਰਿਹਾ ਹਾਂ। ਸਿਮਰਨ ਕਰਨ ਦੇ ਬਾਵਜੂਦ ਵੀ ਮੈਂ ਸਿਮਰਨ ਕਰ ਰਿਹਾ, ਮੈਂ ਨਾਮ ਜਪ ਰਿਹਾ, ਮੈਂ ਬਾਣੀ ਪੜ੍ਹ ਰਿਹਾ, ਮੈਂ ਵਿਆਖਿਆ ਕਰ ਰਿਹਾ, ਮੈਂ ਕੀਰਤਨ ਕਰ ਰਿਹਾ, ਲੇਕਿਨ ਜਿਸ ਵਕਤ ਮੈਂ ਬਾਹਰ ਸਮਾਜ ਦੇ ਵਿੱਚ ਵਿਚਰਦਾ, ਮੇਰਾ ਜੀਵਨ ਟੋਟਲੀ ਡਿਫਰੈਂਟ ਹੈ। ਉਹ ਆਮ ਸੰਸਾਰੀਆਂ ਵਾਂਗ ਹੈ। ਇਸ ਤੋਂ ਭਾਵ ਹੈ ਕਿ ਮੈਂ ਸਿਮਰਨ ਨਹੀਂ ਕੀਤਾ, ਮੇਰਾ ਵਿਖਾਵਾ ਹੈ। ਸਿਮਰਨ ਉਹ ਹੈ ਜੋ ਸਾਡੀ ਸਿਮਰਤੀ ਦੇ ਵਿੱਚ ਹਰ ਵੇਲੇ ਪਰਮਾਤਮਾ ਦੀ ਯਾਦ ਵਸ ਜਾਏ ਅਤੇ ਉਸ ਦਾ ਗੁਣਿਆ ਆਧਾਰਿਤ ਮੇਰਾ ਜੀਵਨ ਹੋ ਜਾਏ। ਇਹ ਹੈ ਸਿਮਰਤੀ। ਸਿਮਰਤੀ ਦੋ ਪ੍ਰਕਾਰ ਦੀ ਹੈ। ਇੱਕ ਸਿਮਰਤੀ ਹੈ ਧਾਵਨੀ ਵਾਲੀ, ਜਿਹਨੂੰ ਲਿਵ ਧਾਤ ਦੋਏ ਰਾਹ ਕਹਿੰਦੇ ਆ। ਜਿਹੜੀ ਸੰਸਾਰ ਦੀ ਸਿਮਰਤੀ ਪਾਲ ਕੇ ਬੈਠਦੇ ਹੈ, ਉਹਨਾਂ ਦੇ ਅੰਦਰ ਕਾਮ ਦੀ ਸਿਮਰਤੀ ਚੱਲਦੀ ਹੈ, ਕ੍ਰੋਧ ਦੀ ਸਿਮਰਤੀ ਚੱਲਦੀ ਹੈ, ਵਾਸ਼ਨਾਵਾਂ ਦੀ ਸਿਮਰਤੀ ਚੱਲਦੀ ਹੈ, ਖਾਣ ਪੀਣ ਪਹਿਨਣ ਦੀ ਸਿਮਰਤੀ ਚੱਲਦੀ ਹੈ, ਨਸ਼ਿਆਂ ਦੀ ਸਿਮਰਤੀ ਚੱਲਦੀ ਹੈ। ਲੇਕਿਨ ਇੱਕ ਉਹ ਨੇ ਜਿਨ੍ਹਾਂ ਦੀ ਸਿਮਰਤ ਦੇ ਵਿੱਚ ਜਪਦਿਆਂ ਜਪਦਿਆਂ ਨਾਮ ਵਸ ਜਾਂਦਾ ਹੈ, ਉੱਥੇ ਫਿਰ ਵਾਹਿਗੁਰੂ ਹੈ, ਵਾਹਿਗੁਰੂ ਦੀ ਸਿਮਰਤੀ ਚੱਲਦੀ ਹੈ। ਇਹ ਅੰਤਰ ਹੈ। ਇਹ ਕਰਕੇ ਵੇਖੋ ਅਭਿਆਸ। ਜਿਹੜਾ ਇੱਕ ਵਾਰ ਅਭਿਆਸੀ ਬਣ ਜਾਏਗਾ ਇਸ ਦਾ, ਉਹ ਵੇਖਿਓ ਤੁਸੀਂ, ਤੁਹਾਨੂੰ ਫਿਲਮੀ ਗਾਣੇ ਫਿਰ ਚੰਗੇ ਨਹੀਂ ਲੱਗਣਗੇ, ਫਿਰ ਉਹ ਮਾੜੇ ਬੋਲ ਚੰਗੇ ਨਹੀਂ ਲੱਗਣਗੇ। ਹਰ ਵੇਲੇ ਤੁਸੀਂ ਗੱਡੀ ਵਿੱਚ ਬੈਠੋਗੇ, ਸ਼ਬਦ ਗਾਇਨ ਕਰਦੇ ਕਰਦੇ ਆਪਣੀ ਗੱਡੀ ਡਰਾਈਵ ਕਰੋਗੇ। ਫਿਰ ਜਦੋਂ ਸ਼ਾਮ ਨੂੰ ਜਿਵੇਂ ਕਿਤੇ ਸੋਦਰ ਦਾ ਸਮਾਂ ਹੋਵੇਗਾ ਨਾ, ਤੇ ਬੰਦਾ ਉਸ ਵਕਤ ਗਾਣੇ ਨਹੀਂ ਲਗਾਏਗਾ ਆਪਣੀ ਗੱਡੀ ਦੇ ਅੰਦਰ, ਉਹ ਸੋਦਰ ਦਾ ਪਾਠ ਲਗਾਏਗਾ। ਉਹਦੀ ਅੰਦਰ ਤਾਂਘ ਹੋਵੇਗੀ ਕਿ ਨਹੀਂ, ਮੈਂ ਸਤਸੰਗਤ ਦੇ ਵੀ ਜਾਣਾ ਹੈ। ਇਸ ਤਰ੍ਹਾਂ ਦਾ ਇਹ ਨਾਮ ਜਪਣਾ ਹੈ, ਜਿਹੜਾ ਰਸਨਾ ਦੇ ਨਾਲ, ਬਚਨਾਂ ਦੇ ਨਾਲ ਜਪਦਿਆਂ ਜਪਦਿਆਂ ਮਨ ਕਰਕੇ ਅਵਸਥਾ ਤੱਕ ਪਹੁੰਚ ਜਾਂਦੇ ਹਾਂ। ਅਸੀਂ ਮਨ ਸਾਡਾ ਜਪਣਾ ਸ਼ੁਰੂ ਹੋ ਜਾਂਦਾ, ਅੰਦਰ ਵਸ ਜਾਂਦਾ, ਫਿਰ ਕਰਮਾਂ ਵਿੱਚ ਆਉਂਦਾ, ਜਿਸ ਦੀ ਗੱਲ ਅਸੀਂ ਅੱਗੇ ਕਰਾਂਗੇ। ਹੁਣ ਜਿਉਂ-ਜਿਉਂ ਅਸੀਂ ਜਪਦੇ ਹਾਂ ਤੇ ਫਿਰ ਗੁਰੂ ਸਾਹਿਬ ਕਹਿੰਦੇ ਹੈ ਕਿਹੜੀ ਅਵਸਥਾ ਬਣਦੀ ਹੈ, ਮੰਨੈ ਮਾਰਗ ਠਾਕ ਨਾ ਪਾਏ। ਜੇ ਕੋਈ ਪਰਮਾਤਮਾ ਦੇ ਨਾਮ ਨੂੰ ਮੰਨ ਲਵੇ ਤੇ ਕਹਿੰਦੇ ਉਸ ਨੂੰ ਜੀਵਨ ਰਾਹ ਦੇ ਵਿੱਚ ਕੋਈ ਰੋਕ ਨਹੀਂ ਪੈਂਦੀ ਹੈ। ਠਾਕ ਹੁੰਦਾ ਕੋਈ ਰੁਕਾਵਟ ਨਹੀਂ ਪੈਂਦੀ ਹੈ। ਭਾਵ ਆਪਣੇ ਜੀਵਨ ਰਾਹ ਦੇ ਵਿੱਚ ਤੁਰਦਾ ਰਹਿੰਦਾ ਹੈ, ਉਸ ਨੂੰ ਪਤਾ ਹੁੰਦਾ ਮੇਰੀ ਮੰਜ਼ਿਲ ਪਰਮਾਤਮਾ ਹੈ, ਉਹਨੂੰ ਕੋਈ ਰੋਕ ਨਹੀਂ ਪੈਂਦੀ ਹੈ। ਮੰਨੈ ਮਾਰਗ ਠਾਕ ਨਾ ਪਾਏ, ਕੋਈ ਰੋਕ ਨਹੀਂ ਪੈਂਦੀ। ਹੁਣ ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਅੰਦਰ ਅਸੀਂ ਵਿਚਰਦੇ ਹਾਂ, ਜਿਹੜੀ ਗੱਲ ਪਹਿਲਾਂ ਵੀ ਕੀਤੀ ਹੈ, ਸਾਡੇ ਸਾਹਮਣੇ ਚੈਲੰਜਸ ਆਉਂਦੇ। ਮੈਂ ਕਿਹਾ ਸੀ ਨਾ ਅੱਗੇ ਵਿਚਾਰ ਕਰਾਂਗੇ, ਚੈਲੰਜਸ ਆਉਂਦੇ ਹੈ। ਇਹ ਤੁਸੀਂ ਗੱਲ ਮੰਨੋ ਜਾਂ ਨਾ ਮੰਨੋ, ਪਰ ਇਟ ਇਜ਼ 100% ਰਾਈਟ ਕਿ ਜਿਹੜਾ ਬੰਦਾ ਇਸ ਮਾਰਗ ਦਾ ਪਾਂਧੀ ਬਣਦਾ ਹੈ, ਸਭ ਤੋਂ ਪਹਿਲਾਂ ਉਸ ਦੀ ਮੁਖਾਲਫਤ ਉਸ ਦੇ ਘਰ ਤੋਂ ਹੁੰਦੀ ਹੈ। ਸਭ ਤੋਂ ਪਹਿਲਾਂ ਉਸ ਦੀ ਮੁਖਾਲਫਤ ਉਸ ਦੇ ਘਰ ਤੋਂ ਹੁੰਦੀ ਹੈ। ਘਰ ਤੋਂ ਹੋ ਕੇ ਉਸ ਦੇ ਮਹੱਲੇ ਤੋਂ ਹੁੰਦੀ ਹੈ, ਮਹੱਲੇ ਤੋਂ ਹੋ ਕੇ ਉਸ ਦੇ ਸਮਾਜ ਵਿੱਚੋਂ ਹੁੰਦੀ ਹੈ। ਲੇਕਿਨ ਕਿਹੜੇ ਕਰਦੇ ਨੇ? ਜਿਹੜੇ ਅਗਿਆਨੀ ਨੇ, ਜਿਹੜੇ ਸਾਕਤ ਨੇ, ਉਹ ਉਸ ਦੀ ਮੁਖਾਲਫਤ ਕਰਦੇ ਜਾਣਗੇ। ਗੁਰਮੁਖ ਮੁਖਾਲਫਤ ਨਹੀਂ ਕਰੇਗਾ। ਲੇਕਿਨ ਅੱਜ ਹਾਲਤ ਇਹ ਬਣੀ ਹੋਈ ਹੈ ਕਿ ਇੱਕ ਗੁਰਮੁਖ ਦੀ ਮੁਖਾਲਫਤ ਦੂਜਾ ਗੁਰਮੁਖ ਆਪਣੇ ਆਪ ਨੂੰ ਜ਼ਿਆਦਾ ਗਿਆਨੀ ਸਮਝਦੇ ਹੋਏ ਉਸਦੀ ਵੀ ਕਰਦਾ ਹੈ। ਹੁਣ ਜਦੋਂ ਤੁਸੀਂ ਇਸ ਮਾਰਗ ਦੇ ਪਾਂਧੀ ਬਣਦੇ ਹੋ ਤੇ ਸਭ ਤੋਂ ਪਹਿਲਾਂ ਮੁਖਾਲਫਤ ਘਰ ਤੋਂ ਸ਼ੁਰੂ ਹੁੰਦੀ ਹੈ। ਫਰਜ਼ ਕਰੋ ਕਿ ਕੋਈ ਮਰਦ ਜਿਹੜਾ ਇਸ ਮਾਰਗ ਦਾ ਪਾਂਧੀ ਬਣਦਾ ਹੈ ਤੇ ਉਸ ਦੀ ਪਤਨੀ, ਉਸ ਦੇ ਬੱਚੇ ਮੁਖਾਲਫਤ ਕਰਨਗੇ, ਉਸ ਦੀ ਗੱਲ ਨਹੀਂ ਮੰਨਣਗੇ। ਕੋਈ ਬੱਚੇ ਤੁਰ ਰਹੇ ਨੇ,
तो पेरेंट्स इसकी गल नहीं मनणगे कि नहीं जी ये छड्डो जी, ये भगत बन गया जी, ये तबला बजाना शुरू हो गया जी, ये ग्रंथी बनना चाहता है जी, ये पाठ करना चाहता है जी, हर वेले इस तरह ही गल्लां करता है। मुखालफत स्टार्ट्स फ्राम यूअर होम। फिर तुहाडा समाज जिहड़ा साकतां दा समाज है वो तुहाडी मुखालफत करेगा। फिर वड्डे पद्धर ते जदों तुसीं सच की गल करोगे सारा समाज तुहाडे खिलाफ हो जाएगा। अज सच की गल करके वेखो, FIR लाज हो जाएगी, 1 मिनट दे विच तुहानूं जेल दे अंदर ठोक दिता जाएगा। होएगा, मुखालफत शुरू होंदी है। ये चैलेंज है साडे सामने। हुण चैलेंज है मेरे सामने कि मैं गुरमुख दा पांधी बनना चाहुंदा लेकिन मेरी मुखालफत है। लेकिन जदों मैं गुरमुख दा पांधी बनदा तो मेरे अंदर मनना, जदों मन लैंदा मैं परमात्मा दे नाम, ऐसी दृढ़ता पैदा होंदी है कि कोई गल नहीं, अगर मेरा परिवार भी मेरा विरोधी है, इस समाज दे विच रहण वाले झूठे कूड़े ते खोटे मनुख, साकत मनुख मेरे विरोधी ने, पर मैं सच दे मार्ग ते डटे रहना है। सच सुनाए सी सच की बेला। वो सच जिस वक्त लोड़ होंदी है सच कहण दे उपर वो अड़ जाता है कि नहीं मैं सच की गल करनी है। हुण गुरु साहब ने सानू ये सेहत बख्शिश की, चैलेंज ने साडे सामने। इसलिए गुरु साहब ये बाणी दे अंदर सानू कहंदे हैं ना, चैलेंजिस नू टाकरा करन दा तैनूं तरीका कौन दसेगा। असीं अक्सर ये शब्द पढ़ते हैं, प्रभ बाणी शब्द सुभाख्या, गावो सुनो। उत्थे हुण गाण ते सुणन की गल आई। गावो सुनो पढ़ो नित भाई, गुरपुरै तू राख्या। इत्थे गुरपुरै तू राख्या तू भाव की है, ਜਿਹੜੇ चैलेंजिस तेरे सामने आ रहे हैं गुरु तैनूं वो राह विखाएगा कि किवें उन्हां चैलेंजिस दे नाल टाकरा करना है। मैं कहा सी ना, विरोधता घरों शुरू होंदी। आपां देखदे हां गुरु नानक पातशाह जी संसार दे विच आए है ते उन्हां दे पुत्तरां ने उन्हां दी विरोधता कीती, भाव उस मार्ग दे पांधी नहीं बने। लेकिन उन्हां ने परवाह नहीं कीती। उन्हां ने सारे संसार नूं तारना सी, सामने उन्होंने एक मंजिल सी, मकसद सी, मनोरथ सी। उन्होंने परवाह नहीं की। गुरु अंगद पातशाह जी के अपने 2 पुत्र वो इस मार्ग के पांधी नहीं बन सके, गुरु अमरदास पातशाह जी दी नहीं बने। लेकिन उन्होंने इस चीज़ की परवाह नहीं की, वो अपने निशाने नूं लैके चलते रहे। चैलेंजिस नूं टाकरा करन दा तरीका गुरु बख्शदा है। हुण इस तरह असीं वेखदे हां कि संसार के अंदर विचरदे हां, एक तो ये समाजिक पद्धर ते चैलेंज है। इस तरह असीं वेखदे हां कि ये इत्थे माया का प्रभाव है, इत्थे विकार ने, इन्हां विचों आपां निकलना है। ये भी साडे सामने एक चैलेंज है। गुरु साहब कहते हैं, नदी तड़ंदरी मैंडा खोज ना खुंबै, मंझ मुहब्बत तेरी, तो शै चरणी मैंडा हीड़ा सितम, हर नानक तुलहा बेड़ी। कहते ये संसार एक नदी है मानो, जिवें आपां पढ़ते हैं ना अपने, तित सरवरड़ै भईले निवासा, पानी पावक तिन्हे किया, पंकज मोह। तो मोह का चिक्कड़ है इत्थे, पग नहीं चल है, पैर चलते ही नहीं। हम देखा तो डूबी वाले सारा संसार डूब रहा। गुरु साहब कहते मैं वेख रहा, इत्थे तृष्णा की अग है, इत्थे मोह का चिक्कड़ है, पैर उसदे विच खुबे हुए ने, निकलता नहीं, पकड़ कितनी है। तो गुरु साहब उही गल कहते हैं, नदी तरंदड़ी मैंडा खोज ना खुंबै, मंझ मुहब्बत तेरी। सच्चे पातशाह ये संसार रूपी नदी है तो बड़ी भयानक है, इनू तरिया नहीं जा सकता। लेकिन मैं तर रहा हाँ। किवें तर रहा? क्योंकि मैं अपने अंदर तेरा प्रेम पा लिया है। मैं अपने हिरदे नूं तेरे नाम दे नाल सीता ते प्रो दिता है। सीता प्रोता गया मेरा मन हुण, ते तू मेरे लिए तुलहा ते बेड़ी बन गया है। जिवें आपां समुंदर नूं पार करना होवे ना, विशाल दरिया नूं पार करना होवे, बेड़ी दी लोड़ पैंदी है। इस तरह ये बेड़ी है। गुरु साहब ने एक मिसाल होर दिती है कि किवें इस चैलेंज है साडे सामने। बाहर विडानड़ा हुमस धुमस, कूकां पईयां राही, तोशै चरणी। कहते हैं कि मैं तेरे चरणों के नाल अपना चित जोड़ लिया। बाहर विडानड़ा हुमस धुमस, कूकां पईयां राही, तोशै सेती लगड़ी डोरी, नानक आनंद सेती बन गाही। मिसाल देंदे एक जंगल दी। जंगल दे विच कई बारी अग लग जाती है, अग लग जाती है और बड़े बड़े रुख जड़े ने सड़ के सुआह हो जाते हैं। कितना घाह फूस जड़ा लगा होंदा है वो सड़ के सुआह हो जाता है। जंगल दे विच जंगली जानवर जदों किते अग लग जाए ना, बहुत सारे जंगली जानवर भी जड़े सड़ जाते बेचारे, नठदे इधर उधर, चीचो कराहट पै जाती जंगल दे विच। वो मंजर बड़ा भयानक होंदा है। गुरु साहब कहते मानो ये संसार एक भयानक जंगल है जिथे तृष्णा की अग लगी हुई है। बाहर बिडानड़ा हुमस धुमस, धुआं निकल रहा है, निकल रहा धुआं, तो
ਲੋਕੀ ਸੜ ਰਹੇ ਇਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਅੱਗ ਲੱਗੀ ਇਸ ਜੰਗਲ ਦੇ ਵਿੱਚ, ਲੇਕਿਨ ਕਹਿੰਦੇ ਆ ਸੱਚੇ ਪਾਤਸ਼ਾਹ ਮੈਂ ਇਸ ਅੱਗ ਤੋਂ ਬਚ ਗਿਆ, ਮੈਂ ਬਚ ਗਿਆ ਕਿਉਂਕਿ ਮੈਂ ਆਪਣੀ ਜੀਵਨ ਦੀ ਡੋਰ ਤੇਰੇ ਨਾਲ ਜੋੜ ਲਈ ਤਾਂ ਆਨੰਦ ਸੇਤੀ ਬਨ ਗਾਹੀ, ਇਸ ਬਨ ਸੰਸਾਰ ਰੂਪੀ ਬਨ ਜੰਗਲ ਦੇ ਵਿੱਚੋਂ ਮੈਂ ਬਾਹਰ ਨਿਕਲ ਰਿਹਾ, ਮੈਨੂੰ ਨਹੀਂ ਹੁਣ ਕੋਈ ਫਰਕ ਪੈਂਦਾ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਸਾਨੂੰ ਕਹਿੰਦੇ ਹੈ ਕਿ ਸਾਨੂੰ ਸੰਸਾਰ ਦੇ ਵਿੱਚ ਚੈਲੰਜਸ ਆਉਂਦੇ ਹੈ ਤੇ ਲੇਕਿਨ ਰੋਕ ਕੋਈ ਨਹੀਂ ਪਏਗੀ। ਕਈ ਵਾਰੀ ਅਸੀਂ ਦੇਖਦੇ ਹਾਂ ਇੰਡੀਵਿਜੂਅਲ ਲੈਵਲ 'ਤੇ ਸਾਨੂੰ ਪਰੇਸ਼ਾਨੀਆਂ ਬਣ ਜਾਂਦੀਆਂ। ਅੱਜ ਬੱਚੇ ਭਾਵੇਂ ਗੁਰਦੁਆਰਾ ਸਾਹਿਬ ਨਹੀਂ ਆਉਂਦੇ, ਮੈਂ ਗੱਲ ਕੀਤੀ ਹੈ, ਲੇਕਿਨ ਇੱਥੋਂ ਦ੍ਰਿੜਤਾ ਮਿਲੇਗੀ ਉਹਨਾਂ ਨੂੰ। ਜੇ ਕੋ ਮੁਸ਼ਕਿਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤਤੀ ਵਾਓ। ਕਹਿੰਦੇ ਤੁਹਾਡਾ ਸਹਾਰਾ ਹੀ ਕੋਈ ਨਾ ਹੋਵੇ, ਕੋਈ ਤੁਹਾਡੀ ਸਾਰ ਲੈਣ ਵਾ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ। ਕਈ ਵਾਰੀ ਅਸੀਂ ਕਹਿੰਦੇ ਆ ਜੀ ਕੀ ਬਣੇਗਾ, ਇਹ ਬੱਚੇ ਸਾਡੇ ਬਾਹਰ ਪਲਾਇਨ ਕਰ ਰਹੇ, ਇੱਥੇ ਨੌਕਰੀਆਂ ਨਹੀਂ। ਗੱਲ ਠੀਕ ਹੈ, ਚਲੋ ਕਿਸੇ ਹੱਦ ਤੱਕ ਮੰਨਿਆ ਜਾ ਸਕਦਾ, ਪਰ ਬਿਲਕੁਲ ਹੀ ਢਹਿ ਢੇਰੀ ਹੋ ਜਾਈਏ ਕਿ ਕੁਛ ਨਹੀਂ ਬਣਨਾ, ਇੱਥੇ ਕੁਛ ਨਹੀਂ ਬਣਨਾ। ਜਿਹੜਾ ਬੱਚਾ ਇੱਥੇ 12 ਪਾਸ ਨਹੀਂ ਕਰ ਰਿਹਾ ਤੇ ਉਹ ਬਾਹਰ ਜਾ ਕੇ ਕੀ ਕਰੇਗਾ ਵਿਚਾਰਾ। ਜਾਂ ਤਾਂ ਤੁਸੀਂ ਕੋਈ ਅੱਛੀ ਡਿਗਰੀ ਕਰੋ, ਇੱਥੋਂ ਕੋਈ ਅੱਛੀ ਪੜ੍ਹਾਈ ਕਰਕੇ ਬਾਹਰ ਜਾਓ, ਕਿਸੇ ਅੱਛੀ ਕੰਪਨੀ ਦੇ ਵਿੱਚ ਕੰਮ ਕਰੋ, ਮੰਨਿਆ ਜਾ ਸਕਦਾ। ਇੱਥੋਂ ਜਾ ਕੇ ਉੱਥੇ ਡਰਾਈਵਰੀਆਂ ਕਰਨੀਆਂ, ਪੈਟਰੋਲ ਪੰਪ 'ਤੇ ਖੜ੍ਹੇ ਹੋ ਕੇ ਤੇਲ ਭਰਨਾ, ਕੇਵਲ ਮਾਇਆ ਦੀ ਖਾਤਰ, ਬਈ ਇੱਥੇ ਕੁਛ ਨਹੀਂ ਹੈ, ਇੱਥੇ ਮਿਹਨਤ ਕਰਨਾ ਆਪਾਂ ਛੱਡ ਦਈਏ, ਤੇ ਫਿਰ ਇਹ ਕੋਈ ਚੰਗੀ ਗੱਲ ਨਹੀਂ। ਕਿਉਂਕਿ ਅਸੀਂ ਬਾਣੀ ਨੂੰ ਛੱਡ ਕੇ ਤੇ ਇਹ ਚੀਜ਼ਾਂ ਸਾਰੀਆਂ ਸਾਡੇ ਘਰਾਂ ਦੇ ਵਿੱਚ ਆ ਗਈਆਂ। ਦ੍ਰਿੜਤਾ ਵਿਲ ਪਾਵਰ ਬਾਣੀ ਨੇ ਦੇਣੀ ਸੀ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਬੰਦਾ ਸੋਚੇ ਬਈ ਮੈਂ ਨੰਗਾ ਭੁੱਖਾਂ, ਸਵਾਰਥ ਸਵਾਉ ਨਾ ਕੋ ਕਰੇ, ਨਾ ਕੋ ਦੇਵੈ ਧੀਰ, ਕੋਈ ਸਾਥੀ ਨਾ ਹੋਵੇ, ਕੋਈ ਪੁੱਛਣ ਵਾਲਾ ਨਾ ਹੋਵੇ, ਕੋਈ ਕਿਸੇ ਕੋਲੋਂ ਕੋਈ ਤੇਰੀ ਮਦਦ ਨਾ ਹੁੰਦੀ ਹੋਵੇ। ਸਵਾਰਥ ਸਵਾਉ ਨਾ ਕੋ ਕਰੇ, ਨਾ ਕੋ ਦੇਵੈ ਧੀਰ। ਕਹਿੰਦੇ ਕੋਈ ਪਰਮਾਤਮਾ ਦਾ ਨੂੰ ਸਹਾਰਾ ਬਣਾ ਲਿਆ ਬਈ ਆਪਣੇ, ਉਸ ਨੂੰ ਸਹਾਰਾ ਬਣਾ ਕੇ ਦੇਖਦੇ ਸਹੀ। ਸਵਾਰਥ ਸਵਾਉ ਨਾ ਕੋ ਕਰੇ, ਨਾ ਕੋ ਦੇਵੈ ਧੀਰ, ਤੇ ਫਿਰ ਕੀ ਹੋਏਗਾ, ਚਿਤ ਆਵੈ ਉਸ ਪਾਰ ਬ੍ਰਹਮ। ਇਸੇ ਵਿੱਚ ਗੁਰੂ ਸਾਹਿਬ ਕਹਿੰਦੇ ਲਗੈ ਨਾ ਤਤੀ ਵਾਓ, ਤਤੀ ਵਾਹ ਵੀ ਨਹੀਂ ਲੱਗਦੀ ਹੈ। ਕਈ ਵਾਰੀ ਅਸੀਂ ਸਾਡਾ ਸਰੀਰ ਰੋਗੀ ਹੋ ਜਾਂਦਾ, ਜਾਂ ਕੋ ਚਿੰਤਾ ਬਹੁਤ ਬਹੁਤ ਦੇਈ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰ ਕਦੇ ਸੋ। ਕਹਿੰਦੇ ਗੌਣ ਕਰੇ ਚੌਕੁੰਡ ਕਾ ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਕਹਿੰਦੇ ਕਈ ਵਾਰੀ ਅਸੀਂ ਘਰ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਜੀ, ਕੁਝ ਬੱਚਿਆਂ ਦਾ ਨਹੀਂ ਕੁਝ ਹੋ ਰਿਹਾ, ਮੈਂ ਘਰ ਪਰਿਵਾਰ ਵਿੱਚ ਫਸਿਆ, ਦਿਨ ਗੁਜ਼ਾਰਾ ਨਹੀਂ ਹੋ ਰਿਹਾ, ਗ੍ਰਸਤ ਕੁਟੰਬ ਪਲੇਟਿਆ, ਫਸਿਆ ਇਸ ਦੇ ਵਿੱਚ, ਗ੍ਰਸਤ ਦੇ ਵਿੱਚ, ਕੁਟੰਬ ਦੇ ਵਿੱਚ, ਪਰਿਵਾਰ ਦੇ ਵਿੱਚ, ਕਦੇ ਹਰ ਕਦੇ ਖੁਸ਼ੀ ਕਦੇ ਗਮੀ, ਇਸ ਤਰ੍ਹਾਂ ਜੀਵਨ ਬਤੀਤ ਹੁੰਦਾ ਹੈ। ਲੇਕਿਨ ਕਹਿੰਦੇ ਜੇ ਚਿੱਤ ਦੇ ਵਿੱਚੋਂ ਵਸਿਆ ਰਵੇ ਨਾ, ਇਹਨਾਂ ਪਰੇਸ਼ਾਨੀਆਂ ਦੇ ਨਾਲ ਬੰਦਾ ਜੂਝ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਹੈ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਸੁਣਦੇ ਹਾਂ, ਸੁਣ ਕੇ ਮੰਨ ਲੈਂਦੇ ਹਾਂ, ਤੇ ਮੰਨੈ ਮਾਰਗ ਠਾਕ ਨਾ ਪਾਏ, ਸਾਨੂੰ ਕੋਈ ਰੋਕ ਨਹੀਂ ਪੈਂਦੀ ਹੈ। ਇਹ ਚੈਲੰਜਸ ਜਿੰਨੇ ਮਰਜ਼ੀ ਸਾਡੇ ਸਾਹਮਣੇ ਆ ਜਾਣ, ਜੇ ਪੰਥਕ ਤੌਰ 'ਤੇ ਅਸੀਂ ਵੇਖੀਏ, ਤੁਸੀਂ ਦੇਖੋ 1469 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਦੇ ਨਾਲ ਸਿੱਖ ਧਰਮ ਦਾ ਆਗਮਨ ਹੁੰਦਾ ਹੈ ਕਿ ਨਹੀਂ, ਤੇ 1469 ਤੋਂ ਲੈ ਕੇ ਅੱਜ 2023 ਹੋ ਚੁੱਕਾ ਹੈ। ਕਿਤੇ ਇੱਕ ਪਲ ਵੀ ਸਾਨੂੰ ਸ਼ਾਂਤੀ ਮਿਲੀ ਹੋਵੇ ਦੱਸੋ ਤੁਸੀਂ? ਹਰ 10-20 ਸਾਲ ਬਾਅਦ ਕੋਈ ਨਾ ਕੋਈ ਐਸਾ ਘੱਲੂਘਾਰਾ ਵਾਪਰਦਾ ਹੈ ਜਿੱਥੇ ਕੌਮ ਨੂੰ ਮਲੀਆਮੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਔਰ ਨਿੱਤ ਚਾਲਾਂ ਚਲੀਆਂ ਜਾਂਦੀਆਂ। ਪਰ ਵੱਡੇ ਪੱਧਰ 'ਤੇ ਹਰ 10-15-20 ਸਾਲ ਬਾਅਦ ਕੋਈ ਨਾ ਕੋਈ ਐਸਾ ਕਾਰਾ ਸਰਕਾਰਾਂ ਵਰਤਾਉਂਦੀਆਂ ਜਿੱਥੇ ਕੌਮ ਨੂੰ ਪੂਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਗੁਰੂ ਦੀ ਬਖਸ਼ਿਸ਼ ਹੈ, ਗੁਰਪੁਰੈ ਤੂੰ ਰਾਖਿਆ। ਚੈਲੰਜਸ ਨੇ ਸਾਡੇ ਸਾਹਮਣੇ, ਲੇਕਿਨ ਗੁਰੂ ਦੇ ਨਾਲ ਸਾਡੀ ਡੋਰ ਜੁੜੀ ਰਹੇਗੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਡੀ ਡੋਰ ਜੁੜੀ ਰਹੇਗੀ। ਆਸਰਾ ਇੱਥੋਂ ਲਵਾਂਗੇ, ਗਿਆਨ ਇੱਥੋਂ ਲਵਾਂਗੇ, ਸ਼ਕਤੀ ਇੱਥੋਂ ਲਵਾਂਗੇ, ਦ੍ਰਿੜਤਾ ਇੱਥੋਂ ਲਵਾਂਗੇ, ਅਭਿਆਸ ਕਰਾਂਗੇ, ਤੇ ਸਾਨੂੰ ਉਹਨਾਂ ਦਾ ਟਾਕਰਾ ਕਰਨ ਦਾ ਇੱਕ ਰਾਹ ਪ੍ਰਾਪਤ ਹੋਏਗਾ, ਗੁਰੂ ਦੱਸੇਗਾ। ਗੁਰੂ ਸਾਹਿਬ ਕਹਿੰਦੇ ਅੱਗੇ ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਨਾ, ਉਹ ਸ਼ੋਭਾ ਖੱਟਦਾ ਸੰਸਾਰ ਦੇ ਵਿੱਚ, ਤੇ ਇੱਜ਼ਤ ਖੱਟ ਕੇ ਇੱਥੋਂ ਸੰਸਾਰ ਤੋਂ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਬਾਣੀ ਦੇ ਅੰਦਰ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੌਕੁੰਟ ਮਾਨੈ। ਇਸੇ ਸ਼ਬਦ ਦੇ ਗੁਰੂ ਸਾਹਿਬ ਕਹਿੰਦੇ ਦਰਸ਼ਨ ਮੰਗੂ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਜਾਂ ਕੈ ਨਿਕਟ ਨਾ ਆਵੈ ਕੋਈ, ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ। ਕਹਿੰਦੇ ਜਿਸ ਦੇ ਨੇੜੇ ਵੀ ਕੋਈ ਭਿੱਟਦਾ ਨਹੀਂ ਸੀ, ਜਦੋਂ ਉਹ ਨਾਮ ਦੇ ਨਾਲ ਨਾਮ ਨਾਲ ਜੁੜ ਜਾਂਦਾ ਹੈ,
ਨਾਮ ਜਪਣਾ ਤੇ ਮੰਨਣਾ ਸ਼ੁਰੂ ਕਰ ਦਿੰਦਾ ਹੈ। ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਤੋਈ, ਸਾਰੇ ਲੋਕੀ ਉਸ ਦੇ ਪੈਰਾਂ ਦੇ ਉੱਪਰ ਨਮਸਕਾਰ ਕਰਦੇ ਆ, ਭਾਵ ਉਸ ਦੀ ਇਤਨੀ ਵਡਿਆਈ ਤੇ ਸ਼ੋਭਾ ਹੋ ਜਾਂਦੀ ਹੈ। ਅਸੀਂ ਭਗਤਾਂ ਦਾ ਜ਼ਿਕਰ ਕਰਦੇ ਹਾਂ। ਗੁਰੂ ਸਾਹਿਬ ਨੇ ਇੱਕ ਸ਼ਬਦ ਗਿਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੇ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਕਿਸ ਤਰ੍ਹਾਂ ਗੁਰੂ ਸਾਹਿਬ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੇ ਗਣਿਆ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਇਹਨਾਂ ਭਗਤਾਂ ਦੀ ਗੱਲ ਕਰਦੇ ਹੈ। ਹੁਣ ਜਦੋਂ ਇਸ ਸ਼ਬਦ ਦੇ ਅੰਦਰ ਸਾਨੂੰ ਦੋ ਸੇਧਾਂ ਮਿਲਦੀਆਂ ਕਿ ਕਿਵੇਂ ਉਹਨਾਂ ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਤੇ ਉਸ ਆਤਮਿਕ ਸਿਖਰਤਾ ਵਾਲਾ ਜੀਵਨ ਪ੍ਰਾਪਤ ਕੀਤਾ। ਅੱਜ ਅਸੀਂ ਉਹਨਾਂ ਭਗਤਾਂ ਨੂੰ ਵੀ ਬਾਣੀ ਦੇ ਅੰਦਰ ਬਾਕੀ ਗੁਰੂ ਸਾਹਿਬਾਨ ਨਾਲ ਯਾਦ ਕਰਦੇ ਹਾਂ, ਉਹਨਾਂ ਦੀ ਬਾਣੀ ਵੀ ਪੜ੍ਹਦੇ ਹਾਂ। ਹੁਣ ਭਗਤ ਕਬੀਰ ਸਾਹਿਬ ਜੀ ਦੇ ਵੇਲੇ, ਭਗਤ ਸ਼ੇਖ ਫਰੀਦ ਸਾਹਿਬ ਜੀ ਦੇ ਵੇਲੇ ਕਿਹੜਾ ਰਾਜਾ ਸੀ, ਨਾਮ ਸਾਨੂੰ ਪਤਾ ਹੋਏਗਾ ਲੇਕਿਨ ਉਹ ਭੁੱਲ ਜਾਂਦੇ ਲੋਕੀ। ਲੇਕਿਨ ਸ਼ੇਖ ਫਰੀਦ ਸਾਹਿਬ ਨੂੰ ਰਹਿੰਦੀ ਦੁਨੀਆ ਤੱਕ ਨਹੀਂ ਕੋਈ ਭੁੱਲੇਗਾ। ਭਗਤ ਰਵਿਦਾਸ ਜੀ ਦੀ ਬਾਣੀ ਅੰਦਰ ਹੈ, ਉਹਨਾਂ ਨੂੰ ਭੁੱਲ ਸਕਾਂਗੇ ਅਸੀਂ? ਭਗਤ ਕਬੀਰ ਸਾਹਿਬ ਨੂੰ ਕੌਣ ਭੁੱਲੇਗਾ? ਭਗਤ ਸਧਨਾ ਜੀ, ਭਗਤ ਸੈਣ ਜੀ। ਗੁਰੂ ਸਾਹਿਬ ਕਹਿੰਦੇ ਜਦੋਂ ਕੋਈ ਨਾਮ ਦੇ ਨਾਲ ਜੁੜਦਾ ਨਾ, ਉਹ ਇੱਜ਼ਤ ਤੇ ਮਾਣ ਖੱਟਦਾ ਸੰਸਾਰ ਦੇ ਵਿੱਚ, ਤੇ ਮਾਣ ਖੱਟ ਕੇ ਹੀ, ਕਿਉਂਕਿ ਜਿਉਂਦਿਆਂ ਜੀ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ, ਤੇ ਜਿਹੜਾ ਜੁੜਿਆ ਹੋਇਆ ਜਦੋਂ ਸੰਸਾਰ ਤੋਂ ਜਾਏਗਾ ਤਾਂ ਸ਼ੋਭਾ ਖੱਟ ਕੇ ਜਾਏਗਾ। ਗੁਰੂ ਸਾਹਿਬ ਕਹਿੰਦੇ ਹੈ ਅੱਗੇ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਦੋਹਾਂ ਪੰਕਤੀਆਂ ਦਾ ਜਿਹੜਾ ਹੈ ਉਹ ਅਰਥ ਇਸ ਤਰੀਕੇ ਦੇ ਨਾਲ ਕਰਨੇ, ਜੋੜ ਕੇ ਵੇਖਣਾ ਪਏਗਾ। ਜਿਹੜਾ ਕੋਈ ਪਰਮਾਤਮਾ ਦੇ ਨਾਮ ਨੂੰ ਅਗਰ ਕੋਈ ਮੰਨ ਲਵੇ, ਮਗ ਤੇ ਪੰਥ, ਇਹ ਦੋਹਾਂ ਦਾ ਅਰਥ ਜਿਹੜਾ ਹੈ ਰਸਤਾ ਹੈ, ਰਾਹ ਹੈ, ਲੇਕਿਨ ਇਹ ਪਗਡੰਡੀਆਂ ਵਾਲਾ ਰਾਹ। ਕਹਿੰਦੇ ਜਿਹੜਾ ਕੋਈ ਪਰਮਾਤਮਾ ਦਾ ਨਾਮ ਨੂੰ ਮੰਨ ਲੈਂਦਾ ਹੈ, ਆਪਣੇ ਅੰਦਰ ਵਸਾ ਲੈਂਦਾ ਹੈ, ਨਾਮ ਅਨੁਸਾਰੀ ਜੀਵਨ ਬਣਾ ਲੈਂਦਾ ਹੈ, ਉਹ ਦੂਜੇ ਮਤਾਂ ਮਤਾਂਤਰਾਂ ਵੱਲੋਂ ਦਰਸਾਏ ਹੋਏ ਮਾਰਗਾਂ 'ਤੇ ਨਹੀਂ ਤੁਰਦਾ, ਉਹਨਾਂ ਰਾਹਾਂ 'ਤੇ ਨਹੀਂ ਤੁਰਦਾ, ਕਿਉਂਕਿ ਉਸ ਦਾ ਜੋੜ ਮੰਨੈ ਧਰਮ ਸੇਤੀ ਸੰਬੰਧ, ਸੱਚੇ ਧਰਮ ਦੇ ਨਾਲ ਉਸ ਦਾ ਸੰਬੰਧ ਜੁੜ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਕਿ ਨਹੀਂ, ਇਹ ਰਾਹ ਮੈਨੂੰ ਸੱਚ ਦੇ ਮਾਰਗ 'ਤੇ ਨਹੀਂ ਲੈ ਜਾ ਰਿਹਾ। ਗੁਰੂ ਸਾਹਿਬ ਸੰਸਾਰ ਦੇ ਵਿੱਚ ਆਏ ਨਾ, ਉਹਨਾਂ ਨੇ ਦੇਖਿਆ ਬਈ ਇੱਥੇ ਇਸ ਤਰ੍ਹਾਂ ਦੇ ਮੱਗ ਤੇ ਪੰਥ ਤੇ ਰਾਹ ਬੜੇ ਨੇ। ਧਾਰਮਿਕ ਆਪਣੇ ਆਪ ਨੂੰ ਅਖਾਉਣ ਵਾਲੇ, ਉਹਨਾਂ ਨੇ ਵੀ ਰਾਹ ਸੰਸਾਰ ਨੂੰ ਬੜੇ ਦਿੱਤੇ, ਲੇਕਿਨ ਸਾਰੇ ਰਾਹ ਭਟਕਾਉਣ ਵਾਲੇ ਨੇ। ਜਿਵੇਂ ਗੁਰੂ ਸਾਹਿਬ ਜ਼ਿਕਰ ਕਰਦੇ ਹੈ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਕਹਿੰਦੇ ਤਿੰਨ ਵੱਡੇ ਧਾਰਮਿਕ ਆਗੂ ਨੇ, ਲੇਕਿਨ ਇਹ ਵੀ ਇਹਨਾਂ ਨੇ ਵੀ ਉਜਾੜ ਪਾਇਆ ਹੋਇਆ। ਐਸਾ ਰਾਹ ਸੰਸਾਰ ਨੂੰ ਦਿੱਤਾ ਜੋ ਕਰਮਕਾਂਡਾਂ ਵਾਲਾ ਰਾਹ ਹੈ। ਕਾਦੀ ਕੂੜ ਬੋਲ, ਮੈਂ ਉਹ ਤਾਂ ਕੂੜ ਬੋਲ ਰਿਹਾ, ਸੱਚ ਤੇ ਉਸਦੇ ਜੀਵਨ ਵਿੱਚ ਹੈ ਨਹੀਂ। ਉਹ ਦੂਜਿਆਂ ਨੂੰ ਸੱਚ ਕੀ ਦੱਸੇਗਾ, ਦੂਜਿਆਂ ਨੂੰ ਸੱਚ ਦੇ ਉੱਪਰ ਕਿਵੇਂ ਤੋਰੇਗਾ? ਬ੍ਰਾਹਮਣ ਨਹਾਵੈ ਜੀਆਂ ਘਾਏ, ਇਸਨੇ ਵੀ ਜੀਵਾਂ ਦਾ ਘਾਣ ਕੀਤਾ। ਇਹਨੇ ਤਾਂ ਸਮਾਜ ਨੂੰ ਵੀ ਵੰਡ ਦਿੱਤਾ, ਆਪਣੇ ਆਪ ਨੂੰ ਬੜਾ ਉੱਚਾ ਕਿਹਾ, ਕਿਸੇ ਨੂੰ ਨੀਵਾਂ ਕਿਹਾ, ਤੇ ਇਹ ਸਮਾਜਿਕ ਤਲ ਤੇ ਧਾਰਮਿਕ ਤਲ ਤੇ ਨਫ਼ਰਤ ਪੈਦਾ ਕੀਤੀ, ਜੀਵਾਂ ਦਾ ਘਾਣ ਕੀਤਾ। ਜੋਗੀ ਹੈ, ਉਹਨੇ ਘਰ-ਬਾਰ ਛੱਡ ਕੇ ਤੇ ਜੰਗਲਾਂ ਵਿੱਚ ਚਲਾ ਗਿਆ, ਡੇਰੇ ਲਾ ਲਏ, ਪਰਿਵਾਰ ਪਿੱਛੇ ਛੱਡ ਦਿੱਤਾ। ਹੁਣ ਤੇ ਆਪਾਂ ਦੇਖਦੇ ਹਾਂ ਕਈ ਜੋਗੀ ਵਿਆਹ ਨਹੀਂ ਕਰਦੇ, ਲੇਕਿਨ ਪਹਿਲਾਂ ਬਹੁਤ ਸਾਰੇ ਜੋਗੀ ਉਹ ਪਰਿਵਾਰ ਵਾਲੇ ਵੀ ਸਨ, ਲੇਕਿਨ ਘਰ ਪਰਿਵਾਰ ਛੱਡ ਕੇ ਤੇ ਜੰਗਲਾਂ ਦੀਆਂ ਕੰਧਰਾਂ ਦੇ ਵਿੱਚ ਜਾ ਕੇ ਉੱਥੇ ਬੈਠ ਜਾਣਾ। ਤੇ ਗੁਰੂ ਸਾਹਿਬ ਕਹਿੰਦੇ ਜੋਗੀ ਜੁਗਤ ਨਾ ਜਾਣਾ ਆਂਦਾ, ਅਗਿਆਨਤਾ ਵਿੱਚ ਫਸਿਆ, ਜੀਵਨ ਦੀ ਅਸਲੀ ਜੁਗਤੀ ਜਾਣਦਾ ਹੀ ਨਹੀਂ, ਤੇ ਇਹਨਾਂ ਨੇ ਉਜਾੜ ਪਾਇਆ ਸੰਸਾਰ ਦੇ ਵਿੱਚ। ਤੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਸੇਧ ਬਖਸ਼ਿਸ਼ ਕੀਤੀ ਕਿ ਜਿਹੜਾ ਨਾਮ ਨੂੰ ਮੰਨ ਲੈਂਦਾ, ਤੇ ਫਿਰ ਉਹਨਾਂ ਨੇ ਕੀ ਕੀਤਾ? ਸਾਨੂੰ ਸੱਚ ਦਾ ਇੱਕ ਧਰਮ ਦਿੱਤਾ। ਇੱਥੇ ਧਰਮ ਹੈ, ਧਰਮ ਇੱਕ ਅਸੀਂ ਕਈ ਵਾਰੀ ਮਜ਼ਹਬ ਰੈਲੀਜਨ ਦੇ ਰੂਪ ਦੇ ਵਿੱਚ ਵੀ ਲੈਂਦੇ ਹਾਂ, ਲੇਕਿਨ ਇੱਥੇ ਧਰਮ ਜਿਹੜਾ ਆਇਆ ਹੈ ਉਹ ਪਰਮਾਤਮਾ ਦੇ ਇੱਕ ਨਿਯਮ ਦੇ ਵਿੱਚ ਆਇਆ। ਸੱਚ ਦੇ ਆਧਾਰ ਤੋਂ ਜਿਹੜਾ ਨਿਯਮ ਹੈ ਉਸ ਪ੍ਰਤੀ ਗੁਰੂ ਸਾਹਿਬ ਨੇ ਯੂਜ਼ ਕੀਤਾ ਕਿ ਉਹ ਸੱਚ ਧਰਮ ਨੂੰ ਜਾਣ ਲੈਂਦਾ। ਧਰਮ ਇੱਕ ਨਿਯਮ ਹੈ, ਜਿਸ ਨਿਯਮ ਅਧੀਨ ਆਪਾਂ ਦੇਖਦੇ ਹਾਂ ਵਿਚਾਰ ਕੀਤੀ, ਇਹ ਧਰਤੀ ਟਿਕੀ ਹੋਈ, ਸੂਰਜ ਟਿਕੇ ਹੋਏ, ਇਹ ਖੰਡ ਬ੍ਰਹਿਮੰਡ ਟਿਕੇ ਹੋਏ। ਇਸੇ ਤਰ੍ਹਾਂ ਜੇ ਆਪਾਂ ਉਸ ਨਿਯਮ ਨੂੰ ਸਮਝ ਜਾਈਏ, ਉਸ ਧਰਮ ਨੂੰ ਸਮਝ ਜਾਈਏ, ਉਸ ਦੇ ਨਾਲ ਸਾਡਾ ਜੋੜ ਜੁੜ ਜਾਏ, ਤੇ ਇਹ ਜਿਹੜੇ ਮਾਰਗ ਨੇ ਨਾ ਪਗਡੰਡੀਆਂ, ਇਹਨਾਂ ਦੇ ਉੱਪਰ ਬੰਦਾ ਨਹੀਂ ਤੁਰਦਾ। ਫਿਰ ਗੁਰੂ ਸਾਹਿਬ ਨੇ ਇਸ ਲਈ ਕਿਹਾ ਕਿ ਸਾਨੂੰ ਕਿਹੜਾ ਧਰਮ ਦਿੱਤਾ? ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਏਕੋ ਧਰਮ, ਕਿਹੜਾ ਧਰਮ? ਦ੍ਰਿੜਾ ਸੱਚ ਕੋਈ, ਜਿਸ ਦੇ ਅੰਦਰ ਸੱਚ ਦੀ ਦ੍ਰਿੜਤਾ ਹੋ ਜਾਏ, ਜੋ ਸੱਚ ਦਾ ਖਾਣਾ ਹੋਵੇ,
सच का पीना होवे, सच का पहनना होवे, सच लई जूझना होवे, सच लई अपना आप कुर्बान कर देना होवे, सच बोलना होवे, सच बोलण तो कदी गुरेज ना किया जाए, ये धर्म दिता गुरु साहिबान। असीं पढ़ते हैं ना गुरु अर्जन पातशाह जी के पावन बचन, सर्व धर्म में श्रेष्ठ धर्म हर को नाम जप निर्मल कर्म। ये धर्म दिता कि परमात्मा का नाम जपना ते निर्मल कर्म करने। ਜਿਉਂ ਜਿਉਂ ਅਸੀਂ ਨਾਮ ਜਪਾਂਗੇ, ਨਿਰਮਲ ਕਰਮ ਕਰਦੇ ਹਾਂ, ਸਵੱਛ ਜੀਵਨ ਸਾਡਾ ਵੀ ਹੁੰਦਾ ਹੈ ਤੇ ਉਹ ਨਿਰਮਲਤਾ ਸਾਰੇ ਸਮਾਜ ਦੇ ਵਿੱਚ ਵੀ ਅਸੀਂ ਫੈਲਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ। ਗੁਰੂ ਸਾਹਿਬਾਨ ਗੁਰੂ ਅੰਗਦ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਕਹਿੰਦੇ ਕਿ ਇਹਨਾਂ ਨੇ ਆਪਣਾ ਆਪਣਾ ਧਰਮ ਇਹ ਬਣਾ ਲਿਆ, ਕਿਹੜਾ ਜੋਗ ਸ਼ਬਦ, ਜੋਗੀ ਨੇ ਇਹ ਆਪਣਾ ਧਰਮ ਬਣਾਇਆ ਕਿ ਨਹੀਂ ਜੀ सिर्फ ज्ञान प्राप्त करना, फोकट ज्ञान ਦੀਆਂ ਗੱਲਾਂ ਕਰਨੀਆਂ। जोग शब्दंग, शब्दंग तो भाव इत्थे धर्म है। ज्ञान शब्दंग वेद शब्दंग ब्राह्मण, ब्राह्मणों ने यह शब्द अपना धर्म बना लिया कि नहीं वेदां का पठन पाठन करना, ये उन्होंने अपना धर्म बना लिया। खत्तरी शब्दंग सूर शब्दंग, कहते खत्तरियां का धर्म उन्होंने ब्राह्मणों ने इन्होंने ये काम दे दिता कि भाई तुसीं सूरमियां वाले काम करने, तुसीं जिहड़ियां बाकी 3 श्रेणियां ने, ब्राह्मण है, वैश है, शूद्र है, इन्हां दी रक्षा करनी है। तुसीं जंग के मैदान दे विच लड़ोगे, उन्हां दा सिर्फ धर्म ही दस दिता। सूर शब्दंग ते अगे शूद्र शब्दंग प्राकृत है। शूद्र जिहड़ा सब तो नीवीं जात वाला है, जिसनूं इन्हां ने बनाया, उन्होंने कहा भाई तू बाकी जिहड़ी 3 जातियां ने उन्हां दी सेवा करनी है। उन्होंने कहा तेरा धर्म यही है, उस विच लगा दिता, उस बेचारे नूं फस गया हो। लेकिन गुरु साहब कहते हैं सर्व शब्दंग एक शब्दंग जे को जाना भयो नानक ताका दास है सोई निरंजन देव। कहते जिहड़ा इस गल नूं समझ जाता है कि सारियां दा धर्म इक्को ही है, एक परमात्मा दे नाल जुड़ना, सच की पछाण करनी, सच दे प्रति दृढ़ हो जाना, सच ते पहरा देना। सर्व शब्दंग एक शब्दंग जे को जाना भयो, जिहड़ा ये भेद जान जाता है, कहते मैं तो उसका दास हाँ, क्योंकि वो परमात्मा दे नाल एक रूप हो जाता है। इस तरह गुरु साहब ने ये सानू धर्म का मार्ग दिता। लेकिन आप देखते हैं असीं भटकना विच पे होए, दिनां दे चक्रां दे विच पे होए, वर्तां दे चक्रां विच पे होए। गुरु साहब ने धर्म के नाम ते जिहड़े कर्मकांड लोकी करते हैं, ये पगडंडियां ने, मग ना चलै पंथ, ये मग ने, पगडंडियां ने। गुरु साहब कहते हैं कि लोगों ने यह राह अपना लिया, सच धर्म नूं ते छड़ दिता। जिवें आपां देखते हैं ना, असीं भी खास खास दिनां नूं जिवें आप सगरांद दा अपने उपर गलबा पाया होया, निकल नहीं सकते आपां, ना कोई गल करेगा, क्योंकि गल करेगा स्टेज आउंदी है। कई बारी संगत जिहड़ी है प्रोटेस्ट करती है। सगरांद का कोई साडे विच कंसैप्ट नहीं है, लेकिन आपां कल मनाउणी है। आपां अज बैठे हैं, अज कोई दिन वखरा है, कल कोई वखरा हो जाएगा। गुरु साहब कहते नानक सोई दिनस सुहावड़ा जित प्रभ आवे चित, जित दिन विसरै पार ब्रह्म। जे कल सगरांद हो जानी है, अज जे सगरांद नहीं है, अज अखीरला दिन आ नवे महीने की जो आरंभता है, असीं किसी ढंग दे नाल गुरमत लई उसनूं यूज़ करिए। लेकिन देखियो तुसीं ये झूठ नहीं है। इस दे विच संगरांद वाले दिन जिहड़ी संगरांद आपां मनांदे आ, संगरांद वाले दिन तुहानूं वो चेहरे भी गुरुद्वारा साहब नज़र आउणगे जिहड़े बाकी 29-30 दिन आउंदे ही नहीं। इसका मतलब है कि आपां जुड़े हुए हाँ ना, जुड़े हुए हैं, कुछ ना कुछ समग्री भी लैके आउंदे लिफाफियां दे विच। फिर मागी दी खास करके सगरांद दी। गुरु साहब कहते हैं नानक सोई दिन सुहावड़ा जित प्रभ आवे चित, जित दिन विसरै पार ब्रह्म फिट भलेरी रुत। गुरु साहब तो ये कह रहे हैं। आप देखते हैं फिर इत्थे ही कर्मकांड नहीं है। फिर अज आप देखते हैं कि दूजे समाज की वेखा वेखी गुरु साहिबान ने एक खाका खिंचिया कि असी भी किसे फस गए। साड़ियाँ भी अज बीबियाँ वर्त रखदियाँ और कई प्रकार के कर्मकांडियाँ कांड करदियाँ। लेकिन गुरु साहिबान ने सानू इन्हां चीज़ों के विचों पहले ही बाहर कढ़ दिता। गुरु नानक पातशाह जी ने तो पहला ही नारा लगाया सी, ना को हिंदू ना मुसलमान। तो गुरु अर्जन पातशाह जी ने यह शब्द बाणी के अंदर भी दर्ज कर दिता, वर्त ना रहूँ ना मैं रमदाना, ना मैं वर्त रखदा, मैं ना मैं रमज़ान के महीने में रोज़े रखदा। इसके अर्थ इस तरह ने, वर्त ना रहूँ ना मैं रमदाना, तिस से भी जो रखै निदाना। एक गुसाई अल्लाह मेरा, हिंदू तुर्क दोहा निबेरा। मैं नहीं मनदा, हाँ ठीक है भाईचारक सांझ हो सकती साडी आपस दे विच, क्योंकि असी मानवता दे इस शरीर जामे विच आए हाँ, इस मनुखा देही लैके आए हाँ, उस नाते साडी आपसी सांझ हो सकती है। सभे सांझी वाल सदायन तू किसै न दिसै बाहर आ जियो, सबको मीत हम आपन कीना हम सबना के साजन।
दूर परायो मन का बिरहा तां मेल कियो मेरा राजन। वो सांझ हो सकती है इंसानियत के नाते, लेकिन तुहाडे नाल मेरा कोई सिद्धांतक रिश्ता नहीं है। ना हम हिंदू ना मुसलमान, अल्लाह राम के पिंड पुराण, वर्त ना रहूँ ना मैं रमदाना, तिस सेवी जो रखै निधाना, एक गुसाई अल्लाह मेरा, हिंदू तुर्क दोहा निबेरा। फिर गुरु साहब कहते हैं हज काबा जाऊँ ना तीर्थ पूजा, ना मैं किसी तीर्थां ते जांदा। साडे लोकी आज जा रहे हैं तीर्थां दा इशनान करी जा रहे हैं, कौन बोलेगा ये गल? बोल नहीं सकेगा कोई। ਹੁਣ तीर्थां ते आपां जा रहे हैं, ठीक है, अपने इतिहासिक स्थानां ते जाना, उन्होंने दर्शन दीदार करने, उत्थे दा इतिहास जानना, ये साडे लई जरूरी है, बच्चों लई जरूरी है। लेकिन आपां जे टुबियां जाके लांदे रहिए किसी सरोवर दे विच जाके, शरीर दी मैल जानी नहीं, विचार करके आया सी। हज काबे जाऊँ ना तीर्थ पूजा, एको सेवी अवर ना दूजा, पूजा करूँ ना निवास गुजारूँ, एक निरंकार ले हृदय नमस्कारूँ। कहते मैं तो उस एक अकाल नूं बनदा, बस उस परमात्मा नूं बनदा, मैं तो किसी होर सिद्धांत नूं मनदा ही नहीं हाँ। लेकिन गुरु तेग बहादुर पातशाह जी ने शहादत दी, उन्होंने कहा मेरा कोई इन्हां दे नाल लेना देना नहीं है, लेकिन ये जिहड़ी पॉलिसी है कि जियो और जीने दो, लिव एंड लैट लिव। संसार दे विच अज बहुत सारे ये मारदे शेखी भी आपां बहुत कुछ समाज लई कर रहे हैं, किसी दूजे दे लई अपना आप कुर्बान कर देना सिख धर्म की देन है। इसलिए सर्बा सारिਆਂ ਦੇ ਨਾਲ ਸਾਡੀ ਸਾਂਝੀ ਵਾਲਤਾ है। लेकिन गुरु साहब सानू ये सेध बख्शिश करते हैं कि ਜਿਹੜੇ परमात्मा के नाम ਨੂੰ ਮੰਨ ਲੈਂਦੇ ਆ, ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ कि असल धर्म ਕਿਹੜਾ है, ਕਿਹੜਾ असल राह है। राह ਜ਼ਰੂਰੀ है, ਉਹ ਰਾਹ ਜਿਹੜਾ ਸਾਨੂੰ ਮੰਜ਼ਿਲ ਤੱਕ ਪਤਾ ਲੈ ਜਾਏ। ਪਹਿਲਾਂ ਮੰਜ਼ਿਲ ਦਾ ਪਤਾ ਹੋਣਾ ਚਾਹੀਦਾ, ਫਿਰ ਰਾਹ ਦਾ ਪਤਾ ਹੋਣਾ ਚਾਹੀਦਾ, ਤੇ ਫਿਰ ਜੇ ਰਾਹ ਵੀ ਹੋਵੇ ਤੇ ਰਾਹ ਦੇ ਵਿੱਚ ਹਨੇਰਾ ਹੋਵੇ ਤੇ ਤੁਸੀਂ ਡਗਮਗਾਓਗੇ, ਠੋਕਰਾਂ ਖਾਓਗੇ, ਮੰਜ਼ਿਲ ਤੱਕ ਨਹੀਂ ਪਹੁੰਚ ਸਕੋਗੇ। ਰਾਹ ਦੇ ਵਿੱਚ ਚਾਨਣ ਚਾਹੀਦਾ। ਆਪਾਂ ਗੱਡੀ ਦਿਨੇ ਡਰਾਈਵ ਕਰਦੇ ਆ ਨਾ, ਦਿਨੇ ਸਾਨੂੰ ਲਾਈਟ, ਸੂਰਜ ਦੀ ਰੋਸ਼ਨੀ ਹੈ, ਸਾਨੂੰ ਗੱਡੀਆਂ ਦੀ ਲਾਈਟਸ ਔਨ ਕਰਨ ਦੀ ਲੋੜ ਨਹੀਂ ਪੈਂਦੀ ਹੈ, ਲਾਈਟ ਆਟੋਮੈਟਿਕਲੀ। ਜੇ ਹਨੇਰਾ ਹੋ ਜਾਂਦਾ ਜਿਉਂ-ਜਿਉਂ ਗੱਡੀਆਂ ਦੀ ਲਾਈਟਸ ਔਨ ਕਰਦੇ ਹਾਂ ਅਸੀਂ, ਜੇ ਲਾਈਟਸ ਔਨ ਨਾ ਕਰੀਏ ਐਕਸੀਡੈਂਟ ਹੋ ਜਾਏਗਾ ਇੱਕਦਮ। ਰਾਹ ਤੇ ਹੈ, ਮੈਨੂੰ ਪਤਾ ਮੈਂ ਇੱਥੋਂ ਅੰਮ੍ਰਿਤਸਰ ਜਾਣਾ ਹੈ, ਲੇਕਿਨ ਦਿਨੇ ਮੈਂ ਚੱਲ ਰਿਹਾ ਗੱਡੀ, रात पै गई है, जे मैं गड्डी की लाइट ऑन नहीं करांगा, आई कैन नॉट रीच एट अमृतसर, मैं पहुँच नहीं सकांगा, मंजिल मेरी तो पता है मैनू। इसलिए राह मंजिल ते राह दे विच रोशनी होनी बड़ी जरूरी है। तो रोशनी कौन करेगा? अंधियारा दीपक चाहिए, एक बस्त अगोचर लई है, सतगुर शब्द उजारो दीपा, बिनस्यो अंधकार तै मंदर, रतन कोठड़ी खुलियो न्यूपा। ये कौन खोलेगा? ऐसा नाम निरंजन होए जे को मन जाना है मन कोई। ऐसा है परमात्मा का नाम। जदों असीं जुड़ते हैं, ये पगडंडियां छड़ देंदे हैं, ये वहम भरम कर्म कांड, ये वर्त रखने सब कुछ छड़ देंदे हैं, एक सच दे नाल जुड़ जाते हैं। साडा बड़ा सौखा राह है, अपना नेम दे नाल जुड़े रहिए, उस नेम नूं जीवन का आधार बना लीए। ये समझिए कि मेरे लिए सब तो उत्तम 10 गुरु साहिबान, गुरु ग्रंथ साहिब जी की सिक्ख्या, मैं किसी होर धर्म नूं नहीं मनना। हाँ, सब दे नाल प्रेम मैं रख सकदा, लेकिन मेरा सिद्धांत मेरा गुरु ग्रंथ साहिब जी है। इत्थे जदों मैं अपनी जीवन की डोर जोड़ांगा, इत्थों ज्ञान लवांगा, इत्थों रोशनी लवांगा, मंजिल है मेरी परमात्मा। नाम दे नाल ये चानण होंदा जाएगा, ये ज्ञान मिलता जाएगा, तो मैं तुरदा जावांगा। तो जद मैं उस शमशान घाट तो पहुँचदे पहला ही मैं उस मंजिल ते पहुँचा होवांगा, मैनूं बाद की लोड़ नहीं है, मैं पहुँच चुका होवांगा जे मैं नाम दे नाल जुड़िया। सतगुरु पातशाह रहमत करन इस तरह की अवस्था साडी बन जाए, लेकिन वो तां बनेगी सतगुरु की शरण दे विच रवांगे, नाम दे नाल जुड़े रवांगे, चानण साडे जीवन दे विच गुरु करदा जाएगा। उस चानण दे आधार ते बस असीं अपनी मंजिल ते पहुँच जावांगे। ऐसा नाम निरंजन होए जे को मन जानै मन कोए, ऐसा नाम निरंजन होए जे को मन जानै मन कोए, ऐसा नाम निरंजन होए। धन्यवाद कोटानकोट जुगो जुग अटल शब्द गुरु धन साहिब श्री गुरु ग्रंथ साहिब जी का, जिन्हां दी छत्र छाया हेठ ये सारे समागम आप सारियां संगतां दे सहयोग दे नाल चल रहे हैं। धन्यवाद सारियां संगतां दा जो बड़ी एकाग्रता दे नाल हर ऐतवार इन्हां समागमां दे विच इकੱਤਰ हो के गुरबाणी का जस गायन करते हो, सुनते हो, विचारां दे नाल जुड़ते हो, एकाग्रता दे नाल सुनते हो। धन्यवाद इत्थे दी प्रबंधक कमेटी का वीरां दा, जिन्हां ने उपराला कीता कि सानू भी तुहाडे दर्शन करन दा मौका दिता। आओ सतगुरु पातशाह जी के चरणों में अरदास करिए, सच्चे पातशाह कृपा करी जितने कुछ स्वास साडे बचे ने
ਇਹ ਤੇਰੇ ਲੇਖੇ ਲੱਗ ਜਾਣ, ਤੇਰੇ ਦੱਸੇ ਹੋਏ ਰਾਹ 'ਤੇ ਤੁਰਦੇ ਤੁਰਦੇ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕੀਏ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।